ਸਾਰੇ ਇਹਨਾਂ ਦੇ ਵੀਰਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਅੱਗੇ ਤੋਂ ਅਵਲ ਤੇ ਇੱਥੇ ਆਇਓ ਨਾ ਜੀ। ਮੇਰਾ ਵੀਰ ਬੇਨਤੀ ਜੇ ਜੋ ਸਾਡੇ ਨਾਲ ਹੋਇਆ ਤੁਹਾਡੇ ਨਾਲ ਵੀ ਇਹੋ ਕੁਝ ਹੋਣਾ ਜੇ। ਇਸ ਦੇ ਬਾਅਦ ਲਿਖਾਓ, ਉਹਦੇ ਉੱਤੇ ਲਿਖਾਓ ਵੀ ਐਸ ਜਿਹੜਾ ਪੈਲਸ ਆ ਉਹਦੀ ਸ਼ਰਾਬ ਇਹਨਾਂ ਠੇਕਿਆਂ ਤੋਂ ਹੀ ਲਈ ਜਾ ਸਕਦੀ, ਬਾਹਰਲੀ ਸ਼ਰਾਬ ਜਿਹੜੀ ਆ ਉਹ ਇੱਥੇ ਗੈਰ ਕਾਨੂੰਨੀ ਆ। ਜੇ ਵੀਡੀਓਜ਼ ਨਾ ਹੁੰਦੀਆਂ ਤੇ ਅਸੀਂ ਉਦੋਂ ਹੀ ਆਪਣੀਆਂ ਟਿਕਟਾਂ ਕਰਾਉਣੀਆਂ ਹੈਗੀਆਂ, ਮਹਿੰਗੀਆਂ ਸਸਤੀਆਂ ਬੰਗਲੌਰ ਤੋਂ ਹੁੰਦੀਆਂ, ਬੰਬੇ ਤੋਂ ਹੁੰਦੀਆਂ, ਕਹਿੰਦੇ ਵੀ ਚੱਲੀਏ। ਸਾਨੂੰ ਤੇ ਇੱਕ ਸੀਗਾ ਕਿ ਇੱਕ ਭਗਵੰਤ ਮਾਨ ਦੀ ਸਰਕਾਰ ਆਈ ਹੈ, ਸਾਨੂੰ ਇਨਸਾਫ ਮਿਲੂ, ਠੀਕ ਹੈ ਨਾ, ਸ਼ਾਇਦ ਇਨਸਾਫ ਮਿਲੇ। ਮੈਂ ਜਸਕਿਰਨ ਸੰਧੂ, ਸਿਟੀਜ਼ਨ ਆਫ ਯੂਨਾਈਟਡ ਸਟੇਟਸ। ਮੇਰੇ ਬੇਟੇ ਦਾ ਵਿਆਹ ਸੀਗਾ ਜੀ, ਐਂਡ very disappointed in everything, all this, because ਅਸੀਂ ਸੁਣਦੇ ਸੀਗੇ ਕਿ everything is getting normal, ਸਾਰਾ ਕੁਝ ਠੀਕ ਆ, ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਓ, ਤੁਸੀਂ ਇੱਥੇ ਇਨਵੈਸਟ ਕਰੋ। all bullshit, ਕੁਛ ਨਹੀਂ ਜੇ ਹੈਗਾ ਇੱਥੇ। My kids are never coming back to this country, that's for sure. I'll make sure they never come back. ਬੰਦੇ ਤੁਹਾਨੂੰ ਪ੍ਰੋਟੈਕਟ ਕਰਨ ਲਈ ਬੈਠੇ ਆ, ਉਹੀ ਤੁਹਾਡਾ ਪੈਸਾ ਦੂਸਰੀ ਪਾਰਟੀ ਤੋਂ ਪੈਸਾ ਖਾਂਦੇ ਆ ਤੇ ਉਹਨਾਂ ਨੂੰ ਪ੍ਰੋਟੈਕਟ ਕਰਦੇ ਆ। What's the point here? ਕੋਈ ਇੱਥੇ ਕੋਈ law and order ਨਹੀਂ ਹੈਗਾ। ਨਾਮ ਕਮਰਦੀਪ ਸਿੰਘ ਹੈ ਜੀ, ਮੈਂ ਕੈਨੇਡਾ ਦਾ ਵਸਨੀਕ ਹਾਂ, ਮੇਰੀ ਸਾਰੀ ਫੈਮਿਲੀ ਅਮਰੀਕਾ ਦੀ ਵਸਨੀਕ ਹੈ ਜੀ। ਸਾਰਿਆਂ ਕੋਲ ਅਮਰੀਕਨ, ਕੈਨੇਡੀਅਨ, ਇੰਗਲੈਂਡ ਦੇ ਪਾਸਪੋਰਟ ਆ। ਬਹੁਤ ਚਿਰ ਤੋਂ ਆਪਾਂ ਹੱਸਦੇ ਰਹਿੰਦੇ ਆ। ਅਸੀਂ ਆਪਣੇ ਬੱਚੇ ਦਾ ਵਿਆਹ ਕਰਨ ਬੜੇ ਚਾਵਾਂ ਦੇ ਨਾਲ 60-70 NRIs ਵਿਆਹ ਕਰਨ ਆਏ ਇੱਥੇ। ਅਸੀਂ ਸਾਰੇ ਫੰਕਸ਼ਨ ਬੜੇ ਚਾਵਾਂ ਦੇ ਨਾਲ ਤੇ ਬੜੇ ਤਰੀਕੇ ਦੇ ਨਾਲ ਸਾਰੇ ਫੰਕਸ਼ਨ ਆਪਾਂ ਆਪਣੇ ਜਿੱਦਾਂ ਵੀ ਕਰ ਸਕਦੇ ਕੀਤਾ ਜੀ। ਸਾਡਾ ਲਾਸਟ ਫੰਕਸ਼ਨ ਜਿਹੜਾ ਸੀਗਾ ਮੈਰਿਜ ਰਿਸੈਪਸ਼ਨ ਜਿਹੜੀ ਸੀਗੀ ਉਹ ਹੈਗੀ ਸੀ ਫੈਸਟਨ ਪੈਲੇਸ ਬਾਈਪਾਸ ਆ ਜੀ ਵੇਰਕੇ ਦੇ ਉੱਤੇ। ਉੱਥੇ ਮੈਂ ਚਲੋ ਹਰ ਇੱਕ ਨੇ ਸ਼ਰਾਬ ਪਿਉਣੀ ਹੁੰਦੀ ਜਿੱਥੋਂ ਤੱਕ ਹੋ ਸਕੇ। ਮੈਂ ਬਾਹਰੋਂ ਆਉਣ ਕਰਕੇ ਮੈਂ ਸ਼ਰਾਬ ਰਣਜੀਤ ਐਵੀਨਿਊ ਦੇ ਵਿੱਚੋਂ ਵਿਦ ਬਿੱਲ, ਆ ਬਿੱਲ ਜੀ ਤੁਹਾਨੂੰ ਸਾਰਿਆਂ ਨੂੰ ਬਾਅਦ ਦੇ ਵਿੱਚ ਦੇ ਦਾਂਗੇ, ਵੈਟ ਦੇ ਨਾਲ ਬਾਏ ਕਰ ਲਈ। ਜਦੋਂ ਸਾਡਾ ਫੰਕਸ਼ਨ ਸ਼ੁਰੂ ਹੋਇਆ ਜੀ ਉੱਥੇ 15-20 ਮਿੰਟਾਂ ਬਾਅਦ ਦੋ ਬੰਦੇ ਆਏ ਜੀ। ਕੋਈ ਮੈਨੂੰ ਆਂਦਾ ਜੀ ਮੈਂ ਸ਼ਰਮਾ ਆਇਆ ਜੀ, ਸ਼ਰਮਾ ਕੋਈ, ਉਹ ਮੈਨੂੰ ਆਂਦਾ ਜੀ ਮੈਂ ਆਇਆ, ਤੁਸੀਂ ਇਹ ਸ਼ਰਾਬ ਹੈ ਤੁਹਾਡੀ ਚੁੱਕ ਕੇ ਖਾਣੀ ਹੈ। ਮੈਂ ਕਿਹਾ ਜੀ ਚੁੱਕ ਕੇ ਕਿਉਂ ਖਾਣੀ, ਤੁਸੀਂ ਹੈ ਕੌਣ ਜੇ, ਸਾਨੂੰ ਇਹ ਗੱਲ ਦੱਸੋ। ਮੈਂ ਨਾ ਤੁਹਾਡੇ ਕੋਲ ਡੰਟੀ ਆਂਦਾ ਨਹੀਂ ਤੇਰੀ ਸ਼ਰਾਬ ਚੁੱਕ ਕੇ ਖਾਣੀ ਹੈ। ਮੈਂ ਕਿਹਾ ਤੁਸੀਂ ਇੱਦਾਂ ਕਰੋ, ਕੋਈ ਲਾਅ ਅਫਸਰ ਲੈ ਆਓ ਜਾਂ ਕੋਈ ਲੈ ਆਓ, ਕੋਈ ਨਹੀਂ, ਜੇ ਆਪਾਂ ਜੋ ਵੀ ਆ ਆਪਾਂ ਤਾਂ ਡਿਸਪਿਊਟ ਚਾਹੁੰਦੇ ਨਹੀਂ, ਇਹਨਾਂ ਦਾ ਬੰਦਾ ਤਾਂ ਡਿਸਪਿਊਟ ਚਾਹੁੰਦਾ ਨਹੀਂ, ਆਪਾਂ ਜੋ ਵੀ ਹੋਊਗਾ ਆਪਾਂ ਪੇ ਕਰ ਦਾਂਗੇ, ਜੇ ਕੋਈ ਫਾਈਨ ਹੋਊਗਾ ਤੇ ਫਾਈਨ ਪੇ ਕਰ ਦਾਂਗੇ। ਉਹਨੇ ਮੇਰੀ ਜੀ ਚਲੋ ਉਦੋਂ ਪਤਾ ਨਹੀਂ ਉੱਥੇ ਉਹਨੇ ਉੱਥੇ ਗੱਲ ਕਰਨ ਡਿਆ ਸੀਗਾ ਜੀ ਕਿਸੇ ਦੇ ਨਾਲ। ਮੈਂ ਇਹਦੇ ਵਿੱਚ ਨਾਂ ਸਾਰੇ ਹੈਗੇ ਆ, ਜਿਹੜੀ ਮੈਂ ਦਰਖਾਸਤ ਦਿੱਤੀ ਹੈ ਜੀ ਸਾਰੇ ਨਾਂ ਉਹਦੇ ਵਿੱਚ। ਕੋਈ ਇਕੱਲੀ ਗੱਲ ਕਰਾਂਗੇ ਤਾਂ ਬਹੁਤ ਲੰਬੀ ਮੀਟਿੰਗ ਹੋ ਜਾਊਗੀ। ਬਾਅਦ 'ਚ ਉਹਨੇ ਉਹਦੇ ਨਾਲ ਗੱਲ ਕੀਤੀ, ਉਦੋਂ ਚਲੇ ਗਏ ਜੀ। 30-35 ਮਿੰਟਾਂ ਬਾਅਦ ਕੋਈ 50-60 ਬੰਦੇ ਹਥਿਆਰਾਂ ਦੇ ਨਾਲ ਲੈਂਸ ਹੋ ਕੇ, ਉਹਨਾਂ ਕੋਲ ਪਿਸਟਲ ਸੀਗੇ, ਦਾਤਰ ਸੀਗੇ, ਹਰ ਚੀਜ਼ ਉਹਦੀ ਵੀਡੀਓਜ਼ ਹੈਗੀਆਂ, ਤੁਹਾਨੂੰ ਸਾਰਿਆਂ ਨੂੰ ਪ੍ਰੋਵਾਈਡ ਕਰਾਂਗੇ ਜੀ। ਉਹਨਾਂ ਦੇ ਆਉਣ ਦੀਆਂ ਜਾਣ ਦੀਆਂ, ਉਹਨਾਂ ਨੇ ਆਉਂਦਿਆਂ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ। ਆਉਂਦਿਆਂ ਉਹਨਾਂ ਨੇ ਫਾਇਰਿੰਗ ਕਰਤੀ। ਫਾਇਰਿੰਗ ਕਰਨ ਤੋਂ ਬਾਅਦ ਅਸੀਂ ਸਾਡੇ ਹੱਥਾਂ ਜੋ ਸੀਗਾ ਇਹ ਵੀ ਫੰਕਸ਼ਨ ਅਸੀਂ ਸਮਝਿਆ ਵੀ BJP ਦੇ ਨੇਤਾ ਬਹੁਤ ਵੱਡੇ ਲੀਡਰ ਜਿਹੜੇ ਆ ਉਹ ਆਪਣੇ ਸ਼ਿਵ ਸੈਨਾ ਦੇ ਉਹਨੇ ਡੈਥ ਹੋਈ ਕਿਤੇ, ਉਹ ਕੰਮ ਹੋ ਗਿਆ ਜੀ, ਹਜੂਮ ਪੈ ਗਿਆ ਸਾਨੂੰ। ਸਾਡੀਆਂ ਜਨਾਨੀਆਂ ਬੱਚੇ ਜਿੱਥੇ ਥਾਂ ਸੀ ਉੱਧਰ ਨੂੰ ਭੱਜ ਗਏ ਜੀ। ਇਹ ਤਾਂ ਬਹੁਤ ਤਗੜੀ ਆ ਵੀ ਉਹ ਬੱਚੇ ਕੜਾਹੀਆਂ ਦੇ ਵਿੱਚ ਡਿੱਪਣ ਲੱਗੇ ਸੀ, ਕਿਉਂਕਿ ਲਾਗੇ ਕੜਾਹੀਆਂ ਬਹੁਤ ਲੱਗੀਆਂ ਸੀ, ਗਰਮ ਕੜਾਹੀਆਂ ਸੀਗਾ। ਬੱਚਿਆਂ ਨੂੰ ਉੱਧਰ ਰੂਮ ਦੇ ਵਿੱਚ ਵੜਨਾ ਪਿਆ, ਰੂਮ 'ਚ ਸਾਰਾ ਕੁਝ ਜੋ ਵੀ ਕੀਤਾ ਸਾਡੇ ਹੱਥਾਂ ਜੋ ਹੀ ਉਹਨਾਂ ਦੇ ਉੱਤੇ ਉਹਨਾਂ ਅਟੈਕ ਕਰਤਾ। ਉਹ ਪਹਾੜੇ ਦੇ ਟੱਟੂ ਸੀ ਜੀ, ਉਹ ਸਾਡੇ ਅੱਗੇ ਲਾ ਕੇ ਭੱਜ ਗਏ। ਉਹਨਾਂ ਨੇ ਜੋ ਭੱਜੇ ਆ ਜੀ ਉਸ ਤੋਂ ਬਾਅਦ ਉਹ ਬਾਹਰ ਚਲੇ ਗਏ ਆ। ਬਾਹਰ ਚਲ ਕੇ ਉਹਨਾਂ ਅੰਦਰ ਪੂਰੀ ਗੁੰਡਾਗਰਦੀ ਕੀਤੀ ਆ। ਇਹ ਵੀ ਉਹਨਾਂ ਦੇ ਪੈਰ ਛੇਤੀ ਉਖੜ ਗਏ ਤੇ ਉਹ ਸਾਡੇ ਤੇ ਕੋਈ ਬਹੁਤਾ ਨਹੀਂ, ਜੇ ਉਹਨਾਂ ਦੇ ਨਾ ਉਖੜਦੇ ਤੇ ਉਹ ਉਸ ਵੇਲੇ ਸਾਡਾ ਇੰਨਾ ਕੁ ਮਾੜਾ ਨੁਕਸਾਨ ਕਰ ਸਕਦੇ। ਸਾਡੀਆਂ ਜਨਾਨੀਆਂ ਦੇ ਕੱਪੜੇ ਪਾੜਨੇ ਸੀ ਉਹਨਾਂ ਜੀ। ਉਹ ਇਹ ਹਾਲਾਤਾਂ ਦੇ ਵਿੱਚ ਸੀਗਾ ਜੀ, ਜੋ ਵੀ ਉਹ ਕਰ ਸਕਦੇ ਉਹਨਾਂ ਕਰਨਾ ਸੀਗਾ। ਚਲੋ ਉਹ ਭੱਜ ਗਏ। ਇਹ ਉਹਨਾਂ ਫਿਰ ਬਾਹਰ ਜਾ ਕੇ ਆਪਣੇ ਬਾਹਰ ਜਾ ਕੇ ਘੱਟੋ ਘੱਟ ਪਹਿਲੋਂ ਤੇ ਮੇਰੇ ਤੇ ਉਹਨਾਂ ਜੀ ਉੱਥੇ ਜਦੋਂ ਮੈਂ ਗਾਹਰ ਗਿਆ ਉੱਥੇ ਖਲੋਤਾ ਵਾਂ, ਮੇਰੇ ਵੱਲ ਇਹਨਾਂ ਦਾ ਹੈਗਾ ਜੀ ਕਾਲੂ ਆ, ਉਹਨੇ ਫਾਇਰਿੰਗ ਕੀਤੀ ਆ। ਅਮਨ ਨੇ ਉਹਨੂੰ ਕਿਹਾ ਭੱਜ ਆ, ਉਹ ਬਾਹਰ ਭੱਜ ਗਿਆ ਜੀ। ਬੜਾ ਉਹ ਬਾਹਰ ਭੱਜ ਗਿਆ ਤੇ ਬਾਹਰ ਜਾ ਕੇ ਉਹਨਾਂ ਆਟੋਮੈਟਿਕ ਗੰਨਾਂ ਦੇ ਨਾਲ, ਆਪਣੀ ਆਟੋਮੈਟਿਕ ਗੰਨਾਂ ਦੇ ਨਾਲ ਇੰਨਾ ਕੁ ਉੱਥੇ ਮੀਂਹ ਵਰਾਇਆ ਵੀ ਜਿੱਦਾਂ ਦੀਵਾਲੀ ਤੇ ਵੀ ਉਹਨੇ ਮੇਰੇ ਸਾਡੇ ਪਿੰਡ 'ਚ ਉਹਨੇ ਪਟਾਕੇ ਨਹੀਂ ਚੱਲੇ। ਮੈਂ ਦੀਵਾਲੀ ਤੇ ਇੱਥੇ ਹਾਇਰ ਕਾ, ਮੇਰੇ ਖਿਆਲ 'ਚ ਉਹਨੇ ਪਟਾਕੇ ਨਹੀਂ ਚੱਲੇ ਕਿ ਜਿੰਨਾ ਕੁ ਉਹਨਾਂ ਨੇ ਉੱਥੇ ਗੋਲੀਆਂ ਦਾ ਆਟੋਮੈਟਿਕਾਂ ਦਾ ਮੀਂਹ ਵਰਾਤਾ। ਨਹੀਂ ਮੈਂ ਮੁੜ ਕੇ ਉਹਨਾਂ ਜੋ ਵੀ ਸੀਗਾ ਮੇਰੇ ਹੱਥ ਦੇ ਵਿੱਚ ਸੀਗਾ, ਜੋ ਵੀ ਚਲੋ ਉਹਨਾਂ ਖੋਇਆ, ਜੋ ਉਹਨਾਂ ਕੋਇਆ ਉਹਨਾਂ ਕੀਤਾ ਜੀ। ਉਸ ਤੋਂ ਬਾਅਦ ਉਹਨਾਂ ਬਾਹਰ ਜਾ ਕੇ ਇੰਨੀ ਕਿ ਜ਼ਿਆਦਾ
ਹੁੱਲੜਬਾਜੀ ਕੀਤੀ, ਫਾਇਰਿੰਗ ਕੀਤੀ ਉੱਥੇ ਜਾ ਕੇ ਆਟੋਮੈਟਿਕ, ਕਿਉਂਕਿ ਆਈਪੀਵੀ ਆਪਾਂ ਅਮਰੀਕਾ ਉੱਥੇ ਸਾਡੇ ਲੀਗਲ ਹੈ ਜੀ, ਆਪਾਂ ਜਾ ਕੇ ਸ਼ੂਟਿੰਗ ਕਰ ਸਕਦੇ ਹਾਂ, ਸਾਨੂੰ ਪਤਾ ਆਟੋਮੈਟਿਕ ਗਨ ਦੇ ਬ੍ਰੈਸਟ ਕਿੱਦਾਂ ਵੱਜਦੇ, ਸਾਰਾ ਕੁਝ ਕਿੱਦਾਂ ਵੱਜਦਾ। ਪੂਰੀ ਉਹਨਾਂ ਨੇ ਉੱਥੇ ਦੀਵਾਲੀ ਮਨਾਈ ਜੀ। ਆਪਾਂ ਦੇ ਸਹਿਮ ਕੇ ਅੰਦਰ ਆਪਾਂ ਗੇਟ ਗੂਟ ਬੰਦ ਕਰਾਤਾ, ਬੱਚਿਆਂ ਨੂੰ ਜਿੱਥੇ ਹੈਗਾ ਸੀ ਉੱਥੇ ਵਾੜਤਾ। ਬੱਚੇ ਤੇ ਅੱਜ ਤੱਕ ਇੰਨੇ ਕੁ ਸਹਿਮੇ ਪਏ, ਮੈਂ ਅੱਜ ਮਹਾਂ ਕੱਢਿਆ 2-4 ਤੇ ਮੇਰੇ ਖਿਆਲ ਮਾਸਕ ਲਾ ਕੇ ਖਲੋਤੇ ਆਂਦੇ ਅਸੀਂ ਤਾਂ ਨਹੀਂ ਜਾਣਾ ਬਾਹਰ, ਵੀ ਸਾਨੂੰ ਤੇ ਟਿਕਟ ਲੈ ਕੇ ਚਾੜੋ ਇੱਥੋਂ। ਇੱਕ ਚਲਾ ਗਿਆ ਆਲਰੇਡੀ, ਇੱਕ ਚਲਾ ਗਿਆ, 2 ਚਲੇ ਗਏ, ਵੀ 4 ਚਲੇ ਗਏ, ਵੀ ਜਿਹਦੀ ਟਿਕਟ ਹੋਈ ਜਾਂਦੀ ਹੈ ਉਹ ਚਲਾ ਜਾਂਦਾ। ਅਸੀਂ ਇੱਕ ਹੋਰ ਮੈਰਿਜ ਕਰਨੀ ਆਪਾਂ ਕੈਂਸਲ ਕਰਤੀ, ਉਹ ਸਾਡਾ ਫੰਕਸ਼ਨ ਸੀਗਾ। ਮੇਰਾ ਇਹ ਹੈ ਵੀ ਭਗਵੰਤ ਮਾਨ ਸਰਕਾਰ, ਡੀਜੀਪੀ ਸਾਹਿਬ, ਕਮਿਸ਼ਨਰ ਸਾਹਿਬ, ਜੋ ਵੀ ਆ, ਮੈਨੂੰ ਪਹਿਲਾਂ ਤਾਂ ਇਹ ਦੱਸਣ ਵੀ ਜਿਹੜਾ ਅਸੀਂ ਕੰਮ ਕੀਤਾ ਉੱਥੇ ਵੀ ਸ਼ਰਾਬ ਲੈ ਕੇ ਆਪਾਂ ਸਾਰਾ ਪੇਪਰ ਵਰਕ ਜੋ ਵੀ ਆ ਉਹ ਮੈਨੂੰ ਦੱਸਣ ਵੀ ਇੱਕ ਮੇਰਾ ਵੀ ਉਹ ਇਲੀਗਲ ਆ, ਕਿਤੇ ਜੇ ਇਲੀਗਲ ਆ ਉਹਦੇ 'ਚ ਇਹ ਸ਼ਰਾਬ ਦੇ ਠੇਕੇਦਾਰ ਕਰਨ ਪਏ ਆਪਾਂ ਆਣ ਕੇ ਤੇ ਹੁੱਲੜਬਾਜੀ ਕਰਕੇ ਤੇ ਚੰਗੇ ਭਲੇ ਪਰਿਵਾਰ ਦਾ ਨੁਕਸਾਨ ਕਰਾਂਗੇ। ਇਹ ਕੋਈ ਲਾਅ ਆ? ਮੇਰਾ ਇਹਨਾਂ ਬਾਰੇ ਕੁਐਸਚਨ ਇਹੋ ਹੀ ਹੈ ਜੀ ਭਗਵੰਤ ਮਾਨ ਸਰਕਾਰ, ਕਿਉਂਕਿ ਅਸੀਂ ਬਹੁਤ ਉੱਥੇ ਜ਼ੋਰ ਲਾਇਆ ਜੀ ਇਹਨਾਂ ਵਾਸਤੇ ਸਾਰਿਆਂ ਨੇ। ਇੱਕ ਹੋਪ ਸੀ ਵੀ ਕੋਈ ਬਦਲਾਅ ਹੋਊਗਾ। ਬਦਲਾਅ ਕੀ ਹੋਣਾ ਜੀ? ਆਪਾਂ ਉਦੋਂ ਦੇ ਤਰਲੇ ਮਾਣਦੇ ਆ। ਮੇਰੇ ਉੱਥੋਂ ਪਹਿਲਾਂ ਤੇ ਉਹਨਾਂ ਉੱਥੇ ਮੇਰੇ ਇਸ ਤੋਂ ਬਾਅਦ ਪੁਲਿਸ ਆ ਗਈ ਉੱਥੇ, ਉਹਨਾਂ ਨੂੰ ਕਿਹਾ ਵੀ ਅਸੀਂ ਬਾਹਰੋਂ ਵੀ 50-60 ਖੋਲ ਇਕੱਠੇ ਕਰ ਲਏ ਆ, ਅੰਦਰੋਂ ਵੀ ਜੋ ਕੁਛ ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਕੀਤੀ। ਮੇਰੇ ਬਿਆਨ, ਮੈਂ ਕਿਹਾ ਜੀ ਮੇਰੇ ਬਿਆਨ ਲਿਖੋ। ਪਹਿਲਾਂ ਤਾਂ ਬਿਆਨ SHO ਸਾਹਿਬ ਬਿਆਨ ਨਹੀਂ ਲਿਖਦੇ, ਨਹੀਂ ਹੋ ਜੂ ਉੱਦਾਂ ਹੀ। ਮੈਂ ਕਿਹਾ ਜੀ ਥੋੜ੍ਹੇ ਬਹੁਤੇ ਅਸੀਂ ਵੀ ਹੈਗੇ ਆ, ਕਿੱਦਾਂ ਹੋ ਜੂਗਾ ਉੱਦਾਂ? ਬਿਆਨ ਤਾਂ ਲਿਖਣੇ ਬਣਦੇ ਹੀ ਆ ਵੀ ਸਾਡਾ ਪਰਿਵਾਰ ਇੰਸੀਡੈਂਟ ਹੋਇਆ। ਨਹੀਂ ਜੀ, ਅਖੀਰ ਤੇ ਚਲੋ ਗੱਲਬਾਤ ਹੋ ਗਈ, ਉਹਨਾਂ ਮੇਰੇ ਬਿਆਨ ਲਿਖੇ। ਮੈਂ ਜੋ ਲਿਖਾਵਾਂ ਉਹ ਲਿਖਦੇ ਵੀ ਨਹੀਂ ਸੀਗੇ। ਉਹ ਕੋਈ ਨਹੀਂ, ਜੇ ਤੂੰ ਬਹੁਤੇ ਨਾਂ ਪਵਾਏ ਪਰਚਾ ਕੰਟਰੋਲ ਹੋ ਜੂਗਾ ਵੇਸਟ। ਚਲੋ ਜੀ, ਅਗਲੇ ਦਿਨ ਸਾਨੂੰ ਸਾਰਾ ਕੁਝ ਹੋਇਆ, ਆਪਾਂ ਬਣਾਉਂਦੇ ਰਹੇ, ਉਹ ਲਿਖਾਉਂਦੇ ਰਹੇ। ਮੈਂ ਵੀ ਕਨਫਿਊਜ਼ ਸੀਗਾ ਉਦੋਂ, ਤੇ ਜਿੱਦਾਂ ਵੀ ਉਹਨਾਂ ਮੈਨੂੰ ਲਿਖਾਇਆ ਮੈਂ ਲਿਖਾਈ ਗਿਆ। ਉਸ ਤੋਂ ਬਾਅਦ ਦੇ ਵਿੱਚ ਜੀ ਅਗਲੇ ਦਿਨ ਸਾਨੂੰ ਪਤਾ ਲੱਗਾ ਵੀ ਉਹਨਾਂ ਨੇ ਜਿਹੜਾ ਪਰਚਾ ਆਇਆ ਨਾ ਜੀ ਮੁਖਬਰ ਦੇ ਆਧਾਰ ਤੇ ਕਰਤਾ। ਇਹਨੂੰ ਗੈਂਗਵਾਰ ਬਣਾ ਕੇ ਪੁਲਿਸ ਨੇ ਇਹਨੂੰ ਗੈਂਗਵਾਰ ਬਣਾ ਕੇ ਮੁਖਬਰ ਦੇ ਆਧਾਰ ਦੇ ਉੱਤੇ ਪਰਚਾ ਕਰਤਾ। ਵੀ ਮੁਖਬਰ ਨੇ ਕਿਹਾ ਵੀ ਦੋਵਾਂ ਗੈਂਗਾਂ ਦੀ ਸਮੂਲੀਅਤ, ਜਦ ਕਿ ਅਸੀਂ ਇੱਕ ਬੰਦਾ, ਸਾਡੇ ਕੋਲ ਵੀਡੀਓ ਹੈਗੀ, ਤੁਹਾਨੂੰ ਸਾਰਿਆਂ ਨੂੰ ਦੇਵਾਂਗੇ ਜੀ, ਫਾਰਵਰਡ ਕਰਾਂਗੇ। ਬੰਦਾ ਉੱਥੇ ਆਪਾਂ ਫੜ ਲਿਆ ਸੀਗਾ, ਉਹਨੇ ਸਾਰਾ ਕੁਝ ਦੱਸਿਆ, ਕੌਣ ਆਇਆ, ਕਿਹਦੇ ਕੋਲ ਕਿਹੜਾ ਹਥਿਆਰ ਸੀਗਾ, ਕਿਹਦੇ ਕੋਲ ਕੀ ਕੁਛ ਸੀਗਾ, ਉਹਨੇ ਸਾਰਾ ਡਿਸਕ੍ਰਾਈਬ ਕੀਤਾ ਉਹਦੇ ਵਿੱਚ ਵੀ ਆਹ ਬੰਦੇ ਕੋਲ ਆਹ ਸੀਗਾ, ਸਾਡੇ ਨਾਲ ਆਏ, ਅਸੀਂ ਇੱਥੋਂ ਇਕੱਠੇ ਹੋਏ ਸੀ, ਅਸੀਂ ਦੁਪਹਿਰ ਦੀਆਂ ਤਿਆਰੀਆਂ ਕਰਨ ਡੇ ਹਾਂ, ਸਾਨੂੰ ਪਹਿਲਾਂ ਹੀ ਆਪਾਂ ਇੱਥੇ ਪਲੈਨਿੰਗ ਸੀਗੀ ਭਈ ਆਪਾਂ ਇਹ ਫੰਕਸ਼ਨ ਖਰਾਬ ਕਰਨਾ। ਮੈਨੂੰ ਨਹੀਂ ਪਤਾ ਉਹਨਾਂ ਦੀ ਮੇਰੇ ਨਾਲ ਕੀ ਲੇਖ ਦੇਖ ਸੀਗੀ। ਜੋ ਉਹਨਾਂ ਕੀਤਾ ਬਹੁਤ ਬੁਰਾ ਕੀਤਾ, ਠੀਕ ਹੈ ਜੀ। ਦੂਜੇ ਨੰਬਰ ਤੇ ਭਗਵੰਤ ਮਾਨ ਸਰਕਾਰ ਮੈਨੂੰ ਇਹ ਦੱਸੇ ਵੀ ਪਰਚਾ ਮੁਖਬਰ ਦੇ ਉੱਤੇ ਕਿਉਂ ਹੋਇਆ ਜੀ? DGP ਸਾਹਿਬ ਦੱਸਣ, ਕਮਿਸ਼ਨਰ ਸਾਹਿਬ ਦੱਸਣ, SHO ਤੇ ਚਲੋ DSP ਨੇ ਸਾਡਾ ਸਾਥ ਦਿੱਤਾ ਹੀ ਨਹੀਂ ਜੀ। ਉਹ ਤੇ ਹਜੇ ਤੱਕ ਸਾਨੂੰ ਇਹ ਕਹੀ ਜਾਂਦੇ ਆ ਜੀ ਫੈਸਲਾ ਕਰ ਲਓ। ਪਤਾ ਕਿੱਥੋਂ ਸਾਨੂੰ ਕਿੱਥੋਂ ਸੁਣਾ ਹੋ ਰਿਹਾ। ਕੱਲ ਸਾਡੇ ਭਾਈ ਜੀ, ਅੱਜ ਜਿਹੜੇ ਮੁੰਡੇ ਦੇ ਫਾਦਰ ਸੀਗੇ ਜੀ, ਉਹ ਕੱਲ ਆ ਰਹੇ ਸੀਗੇ, ਉਹਨਾਂ ਨੂੰ ਖਿਲਾਰ ਕੇ ਅਨਨੋਨ ਪਰਸਨ ਨੇ ਕਿਹਾ ਵੀ ਜੇ ਤੁਸੀਂ ਕੇਸ ਵਾਪਸ ਨਾ ਲਿਆ ਤੇ ਤੁਹਾਡੇ ਜੋ ਵਾਪਸ ਕੋਈ ਨਹੀਂ ਜਾਊਗਾ ਜੀ। ਉਹ ਅੱਜ 3 ਵਜੇ ਚੜ੍ਹ ਗਿਆ ਜੀ, 3 ਵਜੇ ਫਲਾਈਟ ਤੇ ਉਹਨਾਂ ਦੀ ਇੱਥੋਂ ਅੰਮ੍ਰਿਤਸਰੋਂ ਫਲਾਈਟ, ਕਿਉਂਕਿ ਬਾਹਰ ਦਾ ਬੰਦਾ ਅਸੀਂ ਡੀਲ ਨਹੀਂ ਕਰਨਾ ਚਾਹੁੰਦੇ, ਨੌਨਸੈਂਸ ਹੈ ਨਾ। ਉਹ ਵੀ ਚੱਲ ਗਏ ਆ ਜੀ। ਚਲੋ ਇਹਨਾਂ ਨੂੰ ਮੈਂ ਰੋਕਿਆ ਤਾਂ ਲੈ ਵੀ ਹਜੇ ਆਪਾਂ, ਜੇ ਸਾਡੀ ਇੰਨੀ ਬੇਇੱਜ਼ਤੀ ਹੋਈ ਆ, ਵਰਲਡ ਵਾਈਡ ਹੋਣ ਡਿਆ, ਜੋ ਵੀ ਹੋਣ ਡਿਆ, ਵੀ ਆਪਾਂ ਜੇ ਭੱਜੇ ਤੇ ਇਹਨਾਂ ਦੇ ਬਹੁਤ ਮਨ ਦੇ ਵਿੱਚ ਠੇਸ ਪਹੁੰਚੂਗੀ। ਚਲੋ ਜੀ, ਕੱਲ ਰਾਤ ਇਹਨਾਂ ਨੇ ਗੈਂਗਵਾਰ ਬਣਾ ਕੇ ਮੇਰੇ ਇਨਵਾਈਟਡ ਗੈਸਟ ਜਿਹੜੇ ਸੀਗੇ, ਮੇਰੇ ਆਪਣੇ ਇਨਵਾਈਟਡ ਗੈਸਟ ਜਿਹੜੇ ਮੇਰੇ ਖਾਸ, ਉਹਨਾਂ ਦੇ 307 ਦਾ ਪਰਚਾ ਦਰਜ ਕਰਕੇ ਰਾਤ ਉਹਨਾਂ ਦੇ ਘਰ ਬੇਇੱਜ਼ਤ ਕੀਤਾ ਉਹਨਾਂ ਨੂੰ ਜੀ। ਤਿੰਨ ਜਿੱਦਾਂ ਗੈਂਗਸਟਰ ਨੂੰ ਨਹੀਂ ਵੱਡੇ ਨੂੰ ਫੜਨ ਜਾਈਦਾ, ਜਾਂ ਵੀ ਬਹੁਤ ਵੱਡਾ ਕੋਈ ਹੋਏ ਵੀ ਉਹਨੂੰ ਫੜਨ ਜਾਣਾ, ਤੇ ਘਰਾਂ ਦੇ ਵਿੱਚ ਰੇਡਾਂ ਹੋਈਆਂ ਜੀ। CCTV ਆਪਣੇ ਕੋਲ ਹੈਗੀ, ਤੁਹਾਨੂੰ ਦੇ ਦਾਂਗੇ। ਉਹਨਾਂ ਦੇ ਦੋਵਾਂ ਘਰਾਂ 'ਚ ਹੈਗੇ, ਆਪਾਂ ਕਢਵਾਈਆਂ। ਬਹੁਤ ਜਲੀਲ ਕੀਤਾ ਜੀ। ਮੈਂ ਅੱਜ ਕਮਿਸ਼ਨਰ ਸਾਹਿਬ ਕੋਲ ਅੱਜ ਵੀ ਹੁੰਦੇ ਆ ਮੈਂ ਕਮਿਸ਼ਨਰ ਸਾਹਿਬ ਕੋਲ ਇਸੇ ਸਬੰਧ ਦੇ ਵਿੱਚ ਗਿਆ ਜੀ ਅੱਜ ਆਪਣੀ ਦਰਖਾਸਤ ਦੇਣ। ਮੈਂ ਆਪਣੀ ਉਹਨਾਂ ਦੀ ਅਰਜ਼ੀ ਰੱਖੀ ਉਹਨਾਂ ਦੇ ਅੱਗੇ ਸਾਰੀ ਜੀ ਵੀ ਆਹ ਵਾ ਮੇਰੀ, ਕਹਿੰਦੇ ਗੱਲ ਸੁਣਾਓ। ਮੈਂ ਦੱਸਣ ਡਿਆ ਸਾਰਿਆਂ ਨੂੰ। ਕਹਿੰਦੇ ਜੀ, ਮੈਂ ਕਿਹਾ ਜੀ ਪਰਚਾ ਮੇਰੇ ਗੈਸਟ ਕਿਉਂ ਹੋ ਗਿਆ? ਆਂਦੇ ਜੀ ਜਿਹੜੀ ਉਹ ਭੀੜ ਆਈ ਸੀ ਨਾ, ਉਹਦੇ 'ਚ ਅਗਰੈਸਿਵਨੈਸ ਨਹੀਂ ਸੀ ਹੈਗੀ। ਅਗਰੈਸਿਵਨੈਸ ਨਹੀਂ ਸੀ ਹੈਗੀ। ਪਰਚਾ ਤਦ ਨਹੀਂ ਹੁੰਦਾ ਵੀ ਜੇ ਤੁਸੀਂ ਸੈਲਫ ਡਿਫੈਂਸ ਲਈ ਕੀਤਾ, ਜੇ ਉਹ ਅਗਰੈਸਿਵ ਹੋਣਗੇ। ਮੈਂ ਕਿਹਾ ਜੀ 150 ਬੰਦਾ ਕਿਰਪਾਨਾਂ ਲੈ ਕੇ ਗੋਲੀਆਂ ਚਲਾਉਣ ਡਿਆ, ਉਸ ਤੋਂ ਵੱਧ ਤੁਹਾਨੂੰ ਅਗਰੈਸਿਵਨੈਸ ਕੀ ਚਾਹੀਦੀ ਹੈ? ਆਂਦੇ ਨਹੀਂ, ਉਹਨਾਂ 'ਚ ਹੈ ਨਹੀਂ ਸੀਗੀ। ਮੈਂ ਕਿਹਾ ਜੀ ਚਲੋ ਤੁਸੀਂ ਵੱਡੇ ਜੇ, ਮੈਨੂੰ ਆਂਦੇ ਤੁਸੀਂ ਕਿੰਨਾ ਪੜ੍ਹੇ ਜੇ? ਮੈਂ ਕਿਹਾ ਜੀ ਮੈਂ 12 12ਵੀਂ ਕੀਤੀ ਹੈ।
ਉਹਦੇ ਮੈਂ LLB ਕੀਤੀ ਆ। ਮੈਂ ਜੀ ਤਦੇ ਤੁਸੀਂ ਇਸ ਸਾਈਡ ਤੇ, ਮੈਂ ਇਸ ਸਾਈਡ ਤੇ ਬੈਠਾ ਵਾਂ। ਮੈਂ ਤੁਹਾਡੇ ਵੇਖੋ ਜੀ, ਮੈਂ ਬਹੁਤ ਇਸ ਚੀਜ਼ ਦਾ ਸਨਮਾਨ ਕਰਦਾ, ਮੈਂ ਪੁਲਿਸ ਦਾ ਬਹੁਤ ਸਨਮਾਨ ਕਰਦਾ। ਸਾਨੂੰ ਇਨਸਾਫ ਚਾਹੀਦਾ। ਨਹੀਂ, ਇਹ ਹੋਣਾ ਹੀ ਹੋਣਾ, ਕਿਉਂਕਿ ਉਹਨਾਂ 'ਚ ਅਗਰੈਸਿਵਨੈਸ ਨਹੀਂ ਸੀ ਹੈਗੀ। ਉਹ ਜੇ ਤੁਸੀਂ ਸੈਲਫ ਡਿਫੈਂਸ 'ਚ ਉਦੋਂ ਕਰ ਸਕਦੇ ਜੇ। ਤੇ ਮੈਂ NRI ਵੇਖੋ, ਇੱਕ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ NRI ਵੀਰਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਅੱਗੇ ਤੋਂ ਅਵਲ ਤੇ ਇੱਥੇ ਆਇਓ ਨਾ ਜੀ। ਮੇਰਾ ਵੀਰ ਬੇਨਤੀ ਜੇ, ਜੋ ਸਾਡੇ ਨਾਲ ਹੋਇਆ ਤੁਹਾਡੇ ਨਾਲ ਵੀ ਇਹੋ ਕੁਛ ਹੋਣਾ ਜੇ। ਇੱਥੇ ਨਾ ਵੜਿਓ, ਤੁਹਾਡੇ ਰਿਸ਼ਤੇਦਾਰ ਦੇ ਪਰਚੇ ਹੋਣੇ ਜੇ। ਇਹ ਇੱਥੇ ਖਬਰਾਂ ਨਾਂ ਦੀਆਂ ਜੇ, ਕੁਛ ਨਹੀਂ ਜੀ ਇੱਥੇ ਸਾਡੇ ਤੇ ਬੀਤ ਗਈ ਆ। ਦੂਜੇ ਨੰਬਰ 'ਤੇ ਕਿਤੇ ਆਣ ਕੇ ਵਿਆਹ ਕਰ ਵੀ ਲਓ ਤੇ ਇਹੋ ਜਿਹਾ ਕੰਮ ਹੋ ਜੇ ਤੇ ਪਹਿਲੋਂ ਤੁਹਾਡੇ ਕੋਈ ਆਣ ਕੇ ਸੱਟ ਲਾਏ, ਜਾ ਕੇ ਪੁਲਿਸ ਕੋ ਜਾਣਾ, ਉਹਨੂੰ ਪੁੱਛਣਾ ਜੀ ਸੱਟ ਲੱਗ ਗਈ ਆ, ਇਹਦੇ ਨਾਲ 307 ਗੋਲੀ ਚਲਾ ਸਕਦੇ ਕਿ ਨਹੀਂ ਚਲਾ ਸਕਦੇ। ਜੇ ਚਲਾ ਸਕਦੇ ਆ ਤੇ ਆਪਾਂ ਜਾ ਕੇ ਫੇਰ ਤੁਸੀਂ ਗੋਲੀ ਚਲਾਉਣੀ ਆ ਤੇ ਫੇਰ ਗਾ ਕੇਸ ਦਰਜ ਕਰਨਾ। ਕਿਤੇ ਉੱਦਾਂ ਨਾ ਕਿਸੇ ਨੂੰ ਮਾਰ ਲਿਓ, ਭਾਵੇਂ ਤੁਹਾਡੇ 5-7 ਬੰਦੇ ਮਰ ਵੀ ਜਾਣ ਨਾ, ਤੇ ਤੁਸੀਂ ਨਾ ਅੱਗੇ ਕਰ ਲਿਓ। ਨਹੀਂ ਤੇ ਸਾਡੇ ਵਾਂਗੂ ਆਪਣੇ ਬਰਾਤੀਆਂ ਤੇ ਆਪਣੇ ਸਾਰਿਆਂ ਤੇ ਤੁਹਾਨੂੰ ਚੱਲਣਾ ਪਊਗਾ, ਤੁਹਾਨੂੰ ਹੀ ਚੱਲਣਾ ਪਊਗਾ। ਕਿਉਂਕਿ ਇਹ ਜਿਹੜਾ ਦੂਜੀ ਪਾਰਟੀ ਆ ਬਹੁਤ ਪਾਵਰਫੁਲ ਆ ਵੇਖੋ ਜੀ, ਹਰ ਦੇ ਨਾਲ ਆ ਵੇਖੋ ਬਾਜਵਾ ਸਾਹਿਬ ਨਾਲ ਆ ਲੋ ਜੀ, ਆ ਵੇਖੋ ਜੀ, ਮੈਨੂੰ ਤੂੰ ਖਾਈ ਜਾ, ਮੈਂ ਕੱਢੀ ਆ ਜੀ। ਆ ਵੇਖੋ ਇਹਨਾਂ ਦੇ ਨਾਮ ਕੀ ਹੈ ਜੀ, ਦੱਸ ਦੇ। ਇਹਨਾਂ ਦੇ ਹੈਗੇ ਜੀ ਕਾਲੂ ਜੈਂਤੀਪੁਰ, ਅਮਨ ਜੈਂਤੀਪੁਰ, ਠੀਕ ਹੈ ਜੀ। ਬਾਕੀ ਇਹ 'ਚ ਲਿਖੇ ਆ ਜੀ ਸਾਰੇ, ਆ ਵੇਖੋ ਜੀ, ਜਿਨ੍ਹਾਂ ਤੇ ਪਰਚਾ ਵਾ ਜੀ। ਸੰਦੀਪ ਕੁਮਾਰ ਉਰਫ ਕਾਲੂ ਜੈਂਤੀਪੁਰ ਤੇ ਜਿੱਤੇ ਮੈਂ ਦਰਖਾਸਤ ਦਿੱਤੀ, ਪਰਚਾ ਨਹੀਂ ਕੀਤਾ, ਪਰਚਾ ਮੁਖਬਰ ਦੇ ਆਧਾਰ ਤੇ ਆ ਜੀ। ਜਿੱਤੇ ਮੈਂ ਦਿਖਾਇਆ ਤੇ ਕੁਛ ਨਹੀਂਗਾ। ਮੈਂ NRA ਨੂੰ ਮੈਂ ਇੱਕ ਹੋਰ ਅਪੀਲ ਕਰਨੀ ਚਾਹੁੰਦਾ, ਕੋਈ ਇੱਥੇ ਪੋਰਟਲ ਜਿਹਨੇ ਚੱਲਦਾ, ਮੈਨੂੰ 4 ਦਿਨ ਹੋ ਗਏ ਪੋਰਟਲ ਤੇ ਆਪਣੀ ਕੰਪਲੇਂਟ ਪਾਈ ਨੂੰ। ਈਵਨ ਕਿਸੇ ਬੰਦੇ ਨੇ ਮੈਨੂੰ ਅਜੇ ਤੱਕ ਫੋਨ ਕਰਕੇ ਨਹੀਂ ਪੁੱਛਿਆ ਵੀ ਤੁਸੀਂ ਜਿੰਦੇ ਜੇ ਕਿ ਮਰ ਗਏ ਜੇ, ਠੀਕ ਹੈ। ਕਿਸੇ ਨੇ ਅਜੇ ਤੱਕ ਨਹੀਂ ਪੁੱਛਿਆ ਤੁਹਾਨੂੰ ਥ੍ਰੈਟ ਆ ਰਿਹਾ ਕਿ ਨਹੀਂ, ਕੋਈ ਆ ਰਿਹਾ ਕਿ ਨਹੀਂ। ਈਵਨ ਸਾਡੀ ਐਮਬੈਸੀਆਂ 'ਚੋਂ ਕਾਲਾਂ ਆ ਗਈਆਂ, ਫਿਰ ਕਿਸੇ ਨੇ ਸਾਡੀ ਨਹੀਂ ਬਾਤ ਪੁੱਛੀ ਅਜੇ ਤੱਕ, ਠੀਕ ਹੈ ਜੀ। ਫੋਟੋਆਂ ਵਿਖਾ ਦਿਓ ਨਾ ਸਾਰੀਆਂ, ਹਾਂ ਠੀਕ ਹੈ ਜੀ। ਹਾਂ ਆ ਲਓ ਜੀ, ਮਜੀਠੀਆ ਸਾਹਿਬ ਨਾਲ ਮੈਂ ਵੀ ਫੜ ਲਓ। ਹਾਂ ਜੀ, ਇੱਕ ਹੋਰ ਮਜੀਠੀਆ ਸਾਹਿਬ ਨਾਲ ਪੱਪੂ ਜੈਂਤੀਪੁਰ ਜੀ, ਇਹ ਨਹੀਂ ਹੈਗੇ ਜੀ, ਜਿਹੜੇ ਨਹੀਂ ਹੈਗੇ ਫੜ ਲਓ, ਠੀਕ ਹੈ। ਇਹ ਬਹੁਤ ਪਾਵਰਫੁਲ ਹੈ ਜੀ। ਹੁਣ ਵੀ ਇਹਨਾਂ ਨੂੰ ਪੂਰੀ ਪੋਲੀਟੀਕਲ ਛੇ ਹੈਗੀ ਆ। ਰਾਤ ਅਮਨ ਜੈਂਤੀਪੁਰ ਮੇਰੇ ਤੇ ਗੋਲੀ ਚਲਾਉਂਦਾ ਜੀ, ਵੀਡੀਓ ਕਢਵਾ ਲਿਓ, ਕੁਐਸਚਨ ਜ਼ਰੂਰ ਕਰਿਓ ਜਾ ਕੇ ਪੁਲਿਸ ਨੂੰ, ਪੁਲਿਸ ਕਮਿਸ਼ਨਰ ਸਾਹਿਬ ਨੂੰ, ਤੇ ਵੀਡੀਓ ਕਢਾਓ। ਰਾਤ ਸਾਡੇ ਤੇ ਗੋਲੀ ਚੱਲਦੀ ਆ, ਉਹ ਬੰਦਾ ਚਲਾਉਂਦਾ, ਸਵੇਰੇ ਉਹ ਥਾਣੇ ਆਣ ਕੇ, ਥਾਣੇ ਬਹਿ ਕੇ ਨਾਲੇ ਸਾਡੇ ਖਿਲਾਫ ਸਾਜ਼ਿਸ਼ ਕਰਕੇ ਜਾਂਦਾ। ਰਾਤ ਹੀ ਆ ਗਿਆ ਮੇਰੇ ਖਿਆਲ, ਉਸ ਤੋਂ ਬਾਅਦ ਹੀ ਨਾਲੇ ਸਾਡੇ ਖਿਲਾਫ ਸਾਜ਼ਿਸ਼ ਕਰਕੇ ਜਾਂਦੇ, ਨਾਲੇ ਆਪਣੇ ਬੰਦਿਆਂ ਨੂੰ ਰੋਟੀ ਖਵਾ ਕੇ ਜਾਂਦੇ ਆ। ਅੱਜ ਮੇਰਾ ਤੇ ਵੇਖੋ ਜੀ ਵਿਸ਼ਵਾਸ ਉੱਠ ਗਿਆ। ਸਾਨੂੰ ਤਾਂ ਨਹੀਂ ਲੱਗਦਾ ਸਾਨੂੰ ਕੋਈ ਇਨਸਾਫ ਮਿਲਣਾ। ਹੋ ਸਕਦਾ ਤੁਹਾਡੇ ਵੀਰਾਂ ਕਰਕੇ ਨਾ ਮਿਲ ਜੇ, ਜਿੰਨਾ ਕਿ ਤੁਸੀਂ ਪ੍ਰੈਸ਼ਰ ਪਾ ਲਓ, ਪਰ ਅਸੀਂ ਤੇ ਹਥਿਆਰ ਛੱਡ ਚੁੱਕੇ ਹਾਂ। ਜਿਹੜਾ ਪਰਚਾ ਦਰਜ ਕੀਤਾ ਗਿਆ ਉਹ ਕਿਹੜੀਆਂ ਧਾਰਾਵਾਂ ਦੇ ਤਹਿਤ ਕੀਤਾ ਗਿਆ? ਜਿਹੜਾ ਉਹਨਾਂ ਕੀਤਾ ਜੀ, ਜਿੱਥੋਂ ਤੱਕ ਮੈਨੂੰ, ਸਾਡੇ ਨਾਲ ਕੋਈ ਨਹੀਂ, ਵੇਖੋ ਦੱਸਦੇ ਨਹੀਂ ਸਾਨੂੰ ਕੁਝ, ਸਾਨੂੰ ਕੁਛ ਨਹੀਂ ਦੱਸਣ ਦੇ ਜੀ, ਕੁਛ ਨਹੀਂ। ਜਿਹੜਾ ਮੈਂ ਕਢਵਾਇਆ ਜੀ, ਉਹ ਕੀਤਾ ਜੀ ਦੋਵਾਂ, ਜਿਹੜੇ ਮੁਖਬਰ ਦੇ ਆਧਾਰ ਤੇ ਕਰਤਾ ਉਹਨਾਂ ਜੀ। IPC 336, IPC 427, IPC 160, ਆਰਮ ਐਕਟ 25 ਤੇ ਆਰਮ ਐਕਟ, ਇਹ ਦੋਵਾਂ ਲਾ ਕੇ, ਦੋਵਾਂ ਮੁਖਬਰ ਦੇ ਆਧਾਰ ਤੇ ਦੋਵਾਂ ਪਾਰਟੀਆਂ ਬਣਾ ਕੇ ਠੇਕੇਦਾਰ ਤੋਂ ਅੱਛਾ, ਮੈਨੂੰ ਕਮਿਸ਼ਨਰ ਸਾਹਿਬ ਆਂਦੇ ਉਹ ਠੇਕੇਦਾਰ ਸੀ। ਮੈਂ ਕਿਹਾ ਜੀ ਠੇਕੇਦਾਰ ਜਿਹੜਾ ਬੰਦਾ ਹੋਇਆ ਉਹ ਕਿਸੇ ਵਿਆਹ 'ਚ ਇਨਵਾਈਟਡ ਨਹੀਂ ਹੋ ਸਕਦਾ। ਇਹ ਜੇ ਕੋਈ ਲਾਅ ਆ ਵੀ ਜਿਹਨੇ ਠੇਕੇ ਲੱਲੇ ਉਹ ਵਿਆਹ 'ਚ ਇਨਵਾਈਟਡ ਨਹੀਂ ਹੋ ਸਕਦਾ। ਤੇ ਮੈਨੂੰ ਉਹ ਚੀਜ਼ ਦੱਸੋ, ਗਾਂ ਵੀ ਪਤਾ ਲੱਗੇ ਕੋਈ ਨਾ ਠੇਕੇਦਾਰ ਨੂੰ ਜਿਹਨਾਂ ਠੇਕੇ ਲੱਲੇ ਵਿਆਹ 'ਚ ਇਨਵਾਈਟਡ ਨਾ ਕਰੇ, ਠੀਕ ਹੈ। ਐਮਬੈਸੀ ਨੂੰ ਵੀ ਤੁਸੀਂ ਕੋਈ ਬਿਲਕੁਲ ਦੱਸਦੇ ਜੀ, 2 ਮਿੰਟ ਮੇਰੀ ਫਿਰ ਸਾਰੀ ਐਮਬੈਸੀ ਵਾਲੀ ਬਰੀਫਿੰਗ ਮੇਰੀ ਸਿਸਟਰ ਕਰਨਗੇ, ਮਾਂ ਮਦਰ ਹੈ ਜੀ। ਮੈਂ ਕੱਲ ਮੇਰੀ ਕਾਲ ਆਈ ਹੈ ਜੀ ਮੰਤਰੀ ਸਾਹਿਬ ਦੀ, ਨਿੱਜਰ ਸਾਹਿਬ ਦੀ, ਮੈਨੂੰ ਕੱਲ ਦੁਪਹਿਰੇ ਮੈਂ ਸਾਰੀ ਆਪਣੀ ਦੱਸੀ ਵੀ ਅਸੀਂ ਥ੍ਰੈਟ ਦੇ ਵਿੱਚ ਆ, ਸਾਡਾ ਬਚਾਅ ਕਰੋ, ਆਹ ਚੀਜ਼ ਕੋਈ ਨਹੀਂ ਤੁਹਾਨੂੰ ਕੋਈ ਕਰੂਗਾ। ਕਿਸੇ ਦੀ ਵਾਪਸ ਕਾਲ ਨਹੀਂ ਆਈ। ਮੈਂ ਮੇਰੇ ਨਾਲ 4 ਮਿੰਟ ਗੱਲ ਕੀਤੀ ਜੀ ਉਹਨਾਂ ਨੇ, ਕਿਸੇ ਪੁਲਿਸ ਅਫਸਰ ਦੀ ਨਹੀਂ, ਕੋਈ ਕਿਸੇ ਨੇ ਸਾਨੂੰ ਆਣ ਕੇ ਨਹੀਂ ਬਾਤ ਨਹੀਂ ਪੁੱਛੀ ਸਾਡੀ। ਰਾਜ ਤੋਂ ਪਰਚਾ ਹੋ ਗਿਆ ਸਾਨੂੰ ਪਤਾ ਲੱਗ ਗਿਆ, ਮੈਂ ਸਵੇਰੇ ਉਹਨਾਂ ਨੂੰ ਫਿਰ ਕਾਲ ਕੀਤੀ ਹੈ। ਮੈਂ ਕਿਹਾ ਜੀ ਨਹੀਂ ਉਹ ਗੁੰਡਾਗਰਦੀ ਸੀ, ਉਹਨਾਂ ਦੇ ਹੋਣਾ ਹੀ ਹੋਣਾ ਪਰਚਾ। ਮੈਂ ਕਿਹਾ ਜੀ ਮੇਰੇ ਇਨਵਾਈਟਡ ਗੈਸਟ ਸੀਗੇ, ਤੁਹਾਡਾ ਪਰਿਵਾਰ, ਤੁਸੀਂ ਮੈਨੂੰ ਦੱਸੋ ਭਾਜੀ, ਤੁਹਾਡਾ ਤੁਸੀਂ ਬੈਠੇ ਜੇ ਇੱਥੇ 70 ਬੰਦੇ ਆਣ ਕੇ ਪੈ ਗਏ ਆ, ਤੁਹਾਡੇ ਕੋਲ ਵੈਪਨ ਹੈਗਾ, ਤੁਹਾਡੇ ਬੱਚੇ ਦਿਖਣ ਦੇ ਵੀ ਬੱਚੇ ਮਰ ਜਾਣਗੇ, ਕੀ ਕਰੋਗੇ ਤੁਸੀਂ? ਤੇ ਚਾਹੀਦੀ ਹੈ ਨਾ, ਤੁਸੀਂ ਕੀ ਕਰੋਗੇ ਦੱਸੋ, ਮੈਨੂੰ ਦੱਸੋ। ਪੁਲਿਸ ਜੋ ਗੁੰਡਾ ਹੈ ਸੇਮ ਸਿੰਗਿੰਗ ਹੈ, ਬਿਲਕੁਲ ਤੁਸੀਂ ਮੈਨੂੰ ਦੱਸੋ ਵੀ ਕੀ ਕਰੋਗੇ ਤੁਸੀਂ? ਕਰਦਾ ਹੀ ਹੈ ਬੰਦਾ ਭਾਈ 70 ਬੰਦੇ ਅੰਦਰ ਐਂਟਰ ਹੋ ਗਏ ਆ, ਕਮਿਸ਼ਨਰ ਟੁਡੇ ਉਹਨਾਂ ਚੋਂ 3 ਜਿਹੜੇ ਆ 4-5 ਤੇ ਲੇਡੀਜ਼ ਵੱਲ ਨੂੰ ਹੋ ਹੀ ਗਏ ਆ ਨਾ, ਉਹਨਾਂ ਨੇ ਜੋ ਕਰਨਾ। ਸਿਟੀਜ਼ਨ ਆਫ ਯੂਨਾਈਟਿਡ ਸਟੇਟਸ। ਮੇਰੇ ਬੇਟੇ ਦਾ ਵਿਆਹ ਸੀਗਾ ਜੀ,
and very disappointed in everything, all this, because ਅਸੀਂ ਸੁਣਦੇ ਸੀਗੇ ਕਿ everything is getting normal, ਸਾਰਾ ਕੁਝ ਠੀਕ ਆ, ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਓ, ਤੁਸੀਂ ਇੱਥੇ ਇਨਵੈਸਟ ਕਰੋ, all bullshit, ਕੁਛ ਨਹੀਂ ਜੇ ਹੈਗਾ ਇੱਥੇ। My kids are never coming back to this country, that's for sure, I'll make sure they never come back। ਸਵੇਰੇ ਅਸੀਂ US ਐਮਬੈਸੀ ਤੋਂ ਮੈਨੂੰ ਕਾਲ ਆਈ ਆ, ਉਹਨਾਂ ਨੇ ਕਮਿਸ਼ਨਰ ਐਂਡ DGP ਗੌਰਵ ਯਾਦਵ, ਯੈਸ, ਉਹਨਾਂ ਨੂੰ ਕਾਲ ਕੀਤੀ ਆ। ਦੈਨ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਕਮਿਸ਼ਨਰ ਦੇ ਨਾਲ ਗੱਲ ਕਰੋ। ਜਦੋਂ ਕਮਿਸ਼ਨਰ ਸਾਹਿਬ ਦੇ ਨਾਲ ਮੈਂ ਗੱਲ ਕੀਤੀ ਆ, ਹੀ ਸੈਡ, oh, we arrested 6 people, those are the people we gave them on that day, after that nobody got arrested, and when I asked them who else got arrested, he said, I'm busy in a meeting, call me in 15 minutes. Nobody picked up my phone. That's rubbish। ਜੇ ਕਮਿਸ਼ਨ ਜਿਹੜੇ ਬੰਦੇ ਤੁਹਾਨੂੰ ਪ੍ਰੋਟੈਕਟ ਕਰਨ ਲਈ ਬੈਠੇ ਆ, ਉਹੀ ਤੁਹਾਡਾ ਪੈਸਾ ਦੂਸਰੀ ਪਾਰਟੀ ਤੋਂ ਪੈਸਾ ਖਾਂਦੇ ਆ ਤੇ ਉਹਨਾਂ ਨੂੰ ਪ੍ਰੋਟੈਕਟ ਕਰਦੇ ਆ। ਵਾਟਸ ਦ ਪੁਆਇੰਟ ਹੇਅਰ? ਕੋਈ ਇੱਥੇ ਕੋਈ ਲਾਅ ਐਂਡ ਆਰਡਰ ਨਹੀਂ ਹੈਗਾ। ਇਟਸ ਅ ਸ਼ੇਮ ਫॉर ਅਸ ਕਿ ਅਸੀਂ ਲੋਕ ਇੱਥੇ ਆ ਕੇ ਅਸੀਂ ਆਪਣੇ ਬੱਚਿਆਂ ਨੂੰ ਗਾਈਡ ਕਰਾਂਗੇ, ਯੂ ਸ਼ੁਡ ਗੋ ਬੈਕ, ਦੋਜ਼ ਆਰ ਯੂਰ ਰੂਟਸ। ਨੋ, ਮੈਨੂੰ ਲੱਗਦਾ ਮਾਈ ਸਨ ਜਦੋਂ ਰਾਤੀ ਉਹ ਗਿਆ ਆ, ਉਹਦੀ ਲਾਸਟ ਵਰਡਿੰਗ ਸੀਗੀ, everyone let's get back to civilization। ਇੱਥੇ ਨਹੀਂ ਆਉਣਾ। ਜੰਗਲ ਰਾਜ ਚੋਂ ਬਾਹਰ ਜਾ ਕੇ ਤੇ ਆਪਾਂ ਚੱਲੀਏ, ਸ਼ਹਿਰੀ ਚੱਲੀਏ ਆਪਣਾ। ਉਹਦਾ ਲਾਸਟ ਵਰਡ ਉਹਨੇ ਆ ਵੇਖੋ, ਉਹਨੇ ਮੈਸੇਜ ਕੀਤਾ ਗਰੁੱਪ ਦੇ ਵਿੱਚ ਵੀ ਲੈਟਸ ਗੋ ਬੈਕ ਟੂ ਸਿਵਿਲਾਈਜੇਸ਼ਨ। ਪੈਥੈਟਿਕ, ਬਹੁਤ ਡਿਸਅਪੁਆਇੰਟਡ ਕਿ ਤੁਸੀਂ ਆਪਣੇ ਬੱਚੇ ਦਾ ਵਿਆਹ ਕਰਨ ਆਏ ਆ, ਤੁਸੀਂ ਬਹੁਤ ਕੁਝ ਸੋਚਦੇ ਹੋਣੇ। ਇਟ ਟੁਕ ਮੀ 1.5 year ਸਾਰੀ ਪਲੈਨਿੰਗ ਕਰਨ ਨੂੰ, ਸਾਰਾ ਕੁਝ ਕਰਨ ਨੂੰ ਕਿ ਅਸੀਂ ਇੰਡੀਆ ਜਾਣਾ ਹੈ। 67 ਸਾਡੀ ਗਾਰੰਟੀ ਦੇ 60-70 ਬੰਦੇ ਆਉਂਦੇ ਆ ਇੱਥੇ ਵਿਆਹ ਇੰਜੋਏ ਕਰਨ। ਦਿਸ ਇਜ਼ ਵਾਟ ਯੂ ਗੈਟ, bullets। not even talking। ਉਹ ਕਹਿੰਦੇ ਵਾਪਸ ਚਲੋ, ਅਸੀਂ ਨਹੀਂ ਰਹਿਣਾ ਇੱਥੇ। nobody is doing anything since 3-4 ਦਿਨ ਹੋ ਗਏ। ਸਾਡੇ ਖਿਲਾਫ ਹੋਣ ਡਿਆ ਜੀ, ਸਾਡੇ ਖਿਲਾਫ ਪਰਚੇ ਹੋਣ ਡਏ ਆ। ਸਾਡੇ ਖਿਲਾਫ ਹੋਣ ਡਿਆ। ਪਰ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ, ਇਸ ਤੇ ਜ਼ਰੂਰ ਇਹ ਗੱਲ ਜ਼ਰੂਰ ਸਾਫ਼ ਹੋਣੀ ਹੈ ਕਿ NRI ਦਾ ਬੜਾ ਯੋਗਦਾਨ ਨਾ ਹੈ ਜੀ। ਅਸੀਂ ਕੀਤਾ ਕੀਤਾ ਕਹਿੰਦੇ ਬਾਹਰੋਂ ਬੱਚੇ ਇੱਥੇ ਲਿਆ ਕੇ ਅਸੀਂ ਪੜਾਵਾਂਗੇ, ਇੱਥੇ ਅਸੀਂ ਪੂਰਾ ਸਪੋਰਟ ਕੀਤਾ। ਬੇਟਾ ਇੱਕ ਪੁੱਛੋ ਮੇਰੇ ਮਗਰ ਕਿਡਸ ਦੇ ਇਹਨਾਂ ਨੂੰ ਥੋੜਾ ਪੁੱਛੋ। ਅਬ ਹਰਜਾਬ ਕਹੀਂ ਸੇ ਸਮਥਿੰਗ। ਅਸੀਂ ਜੀ ਆਪਣੇ ਚਲਾਏ ਆ ਤੇ ਸਾਡੇ ਤੇ 307, ਠੀਕ ਆ, ਉਹ ਵੀ ਕੋਈ ਨਹੀਂ, ਮੇਰਾ ਹਜੇ ਤੱਕ ਕੋਈ ਬਿਆਨ ਨਹੀਂ ਹੋਇਆ ਜੀ। ਮੈਨੂੰ ਤੇ ਅੱਜ ਮੇਰੀ ਐਜੂਕੇਸ਼ਨ ਹੀ ਪੁੱਛੀ ਗਈ ਹੈ ਤੇ ਮੈਨੂੰ ਦੱਸਿਆ ਗਿਆ ਬਸ ਵੀ ਮੇਰੀ ਆ ਐਜੂਕੇਸ਼ਨ ਆ। ਸਾਹਿਬ ਨੇ ਕਿੱਥੇ ਦਿੱਤੀ ਸੀਗੀ? ਵੇਰਕੇ ਥਾਣੇ ਦਿੱਤੀ ਸੀਗੀ ਜਾਂ ਜੀ ਉੱਥੇ ਜਿਹੜਾ ਜੋ ਵੀ ਉੱਥੇ ਆਈਓ ਹੈਗਾ ਸੀ ਉਸ ਵੇਲੇ ਉਹਨੇ ਮੇਰੀ ਡੇਟ ਉੱਥੇ ਲਈ ਹੈ ਜੀ। ਕੋਈ ਕਾਰਵਾਈ ਨਹੀਂ ਹੋਈ ਜੀ। ਮੈਂ ਕੈਨੇਡੀਅਨ ਸਿਟੀਜ਼ਨ ਹਾਂ ਜੀ। ਨਹੀਂ ਸਾਡੇ ਕੋਲ ਵੇਖੋ ਹਜੇ ਕੋਈ ਪਤਾ ਨਹੀਂ ਕਿੰਨੇ ਕੀ ਗੋਲੀਆਂ ਉਹਨਾਂ ਚਲਾਈਆਂ ਉੱਥੇ ਆਣ ਕੇ ਭਾਜੀ। ਉਸ ਵੇਲੇ ਤੁਸੀਂ ਜਦੋਂ ਸਮਝਦੇ ਕਿੰਨੇ ਕੀ ਹੋਣੇ। ਹਾਂ ਲਾਤਾ ਜੀ, ਲਾਤਾ। ਨਹੀਂ ਮੇਰੇ ਤੇ ਨਹੀਂ ਲੱਗਾ ਜੀ। ਹਾਂਜੀ ਭਗਵੰਤ ਮਾਨ ਜੀ ਹਮੇਸ਼ਾ ਹੀ ਕਹਿੰਦੇ ਨੇ ਵੀ ਰੰਗਲਾ ਪੰਜਾਬ ਬਦਲਾ ਰਿਹਾ। ਮੇਰੀ ਤੇ ਮੈਂ ਤੇ ਵੇਖੋ ਜੀ ਕੱਲ ਦਾ ਕਹਿਤਾ ਵਾ ਵੀ ਮੇਰੀ ਕੋਈ ਹੈਗਾ ਗਾਹਕ ਤੇ ਚਲੋ ਥੋੜੇ 2-4 ਖੱਤੇ ਹੈਗੇ ਆ, ਜੇ ਵਿਕਦੇ ਆ ਤੇ ਆਪਣਾ ਲੈ ਕੇ ਚੱਲੀਏ। ਇੱਥੇ ਕਰਨਾ ਕੀ ਆਣ ਕੇ ਉੱਥੇ? ਮੇਰੀ ਗੱਲ ਸੁਣੋ ਜੀ, ਸਾਡੇ ਸੀਐਮ ਭਗਵੰਤ ਮਾਨ ਔਰ ਦ ਸੀਨੀਅਰ ਆਫੀਸਰਸ, ਬਿਕੋਜ਼ ਜਿੰਨਾ ਚਿਰ ਤੇ ਤੁਹਾਡੇ ਤੇ ਪਰਚਾ ਹੈ, ਤੁਸੀਂ ਜਿਵੇਂ ਕਹਿ ਰਹੇ ਹੋ, ਯੂ ਕੈਨੋਟ ਮੂਵ ਫਰਮ ਹੇਅਰ। ਤੇ ਤੁਸੀਂ ਗੱਲ ਕਰੋਗੇ ਨਹੀਂ, ਮੈਂ ਮਿਲ ਕੇ ਆਈ ਮੈਂ ਇਹਨਾਂ ਦੀ ਗੱਲ ਹੋਈ ਫੋਨ ਤੇ। ਤੁਸੀਂ ਦੇਖੋ ਨਾ, ਜਿੰਨਾ ਚਿਰ ਪਰਚਾ ਤੁਸੀਂ ਉਹਨਾਂ ਚਿਰ ਯੂ ਕੈਨੋਟ ਮੂਵ। ਨਹੀਂ ਕਿਸੇ ਤੇ ਨਹੀਂ ਹੈਗਾ ਜੀ। ਪੁਲਿਸ ਕਮਿਸ਼ਨਰ ਸਾਹਿਬ ਦਾ ਰੋਲ ਕਿਵੇਂ ਦਾ ਲੱਗਦਾ? Very disappointed, very disappointed। He's the guy who is in charge of the whole thing, but he says, oh, call me in 15 minutes. Why are you in the office if you have to tell somebody's life on threat and you are telling somebody that you call me in 15 minutes? ਮੈਨੂੰ ਲੱਗਦਾ ਮੇਰੇ ਤੇ ਹੋ ਸਕਦਾ ਕਰ ਦੇਣ, ਜੋ ਹੋਣ ਡਿਆ ਹੋ ਸਕਦਾ ਸਾਡੇ ਤੇ ਵੀ ਹੋ ਜੇ, ਪ੍ਰੈਸ਼ਰ ਬਣਾਉਣ ਨੂੰ, ਕਿਉਂਕਿ ਪ੍ਰੈਸ਼ਰ ਬਣਾਉਣ ਡਿਆ ਇਹ ਫੈਸਲਾ ਹੋ ਜੇ। ਇਹ ਆਵਾਜ਼ ਤੁਸੀਂ ਬਾਹਰ ਜਾ ਕੇ ਨਹੀਂ ਜੀ, ਬਾਹਰ ਨਹੀਂ ਹਜੇ ਨਹੀਂ ਜਾਂਦੇ, ਇਹਨਾਂ ਨੂੰ ਭੁਲੇਖਾ ਹੋਊਗਾ। ਮੈਂ ਜੀ ਜੇ ਭਗਵੰਤ ਪਹਿਲੋਂ ਤੇ ਇੱਥੇ ਚੁੱਕਾਂਗੇ ਨਾ ਹੋਇਆ ਇੱਕ ਦੇ ਦਿਨ ਤੱਕ ਸਾਰਾ ਪਰਿਵਾਰ ਨਹੀਂ ਸੀਐਮ ਤੇ ਬਾਅਦ ਦੇ ਆ ਨਾ, ਪਹਿਲਾਂ ਬੈਠਾਂਗੇ ਕਮਿਸ਼ਨਰ ਸਾਹਿਬ ਦੇ ਉੱਥੇ ਜਾ ਕੇ ਜਿੰਨੇ ਸਾਡੇ ਕੋਲ ਹੋਣਗੇ ਪਹਿਲਾਂ ਬੈਠਾਂਗੇ ਉੱਥੇ ਸੁਣਵਾਈ ਨਾ ਹੋਈ ਭਗਵੰਤ ਮਾਨ ਜੀ ਕੋਲ ਜਾਵਾਂਗੇ, NRI ਮਿਨਿਸਟਰ ਕੋਲ ਜਾਵਾਂਗੇ, ਉੱਥੇ ਨਾ ਹੋਈ ਗੁਜਰਾਤ ਜਾਂਦੇ, ਉੱਥੇ ਇਹਨਾਂ ਦੇ ਸੀਐਮ ਸਾਹਿਬ ਆਉਂਦੇ, ਉੱਥੇ ਪੱਕੇ ਆ ਚੱਲਣ ਦੀ ਆ। ਇਹ ਜਿੱਥੇ ਹੋਣਗੇ ਜਾਵਾਂਗੇ। ਟਿਕਟਾਂ ਜੇ ਅਸੀਂ ਇੰਨਾ ਖਰਚਾ ਕਰ ਸਕਦੇ, ਟਿਕਟਾਂ ਟੁਕਟਾਂ ਦੀ ਸਾਨੂੰ ਪਰਵਾਹ ਨਹੀਂ ਗੀ ਕੋਈ ਵੀ। ਇਹ ਵੇਖੋ ਅਸੀਂ ਲੜਾਈ ਲੜਨੀ ਕਾਨੂੰਨੀ,
ਸਾਡੀ ਜਾਨ ਨੂੰ ਪੂਰਾ ਖਤਰਾ। ਮੈਂ ਫਿਰ ਤੁਹਾਡੇ ਮਾਧਿਅਮ ਨਾਲ ਇਹ ਗੱਲ ਕਹਿ ਦੇਣਾ ਚਾਹੁੰਦਾ, ਉਹਨਾਂ ਕੋਲ ਮੈਂ ਤੁਹਾਡੇ ਮਾਧਿਅਮ, ਜੇ ਸਾਡੇ ਪਰਿਵਾਰ ਨੂੰ ਕੁਝ ਵੀ ਹੋ ਗਿਆ ਉਹ 'ਚ ਸਭ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਹੋਣਾ ਵਾ, ਮੈਨੂੰ ਪਤਾ ਵਾ ਹੋ ਜਾਣਾ, ਜਿੱਡੇ ਉਹ ਤਾਕਤਵਰ ਆ, ਜਿੱਦਾਂ ਸਾਨੂੰ ਧਮਕੀਆਂ ਖਿਲਾਰ ਕਰਾਂ ਦੇਣ ਦੇ ਆ। ਭਗਵੰਤ ਮਾਨ ਸਰਕਾਰ ਨੂੰ, ਪੰਜਾਬ ਪੁਲਿਸ ਨੂੰ, ਸਾਰਿਆਂ ਨੂੰ ਮੈਂ ਇਹ ਕਹਿਣਾ ਚਾਹੁੰਦਾ, ਜੇ ਸਾਡੇ ਪਰਿਵਾਰ ਨੂੰ ਕਿਸੇ ਨੂੰ ਕੁਝ ਹੋ ਗਿਆ, ਅੱਜ ਭਗਵੰਤ ਮਾਨ ਸਰਕਾਰ, ਇਹ ਗੁੰਡਾ ਰਾਜ ਜਿਹੜੇ ਵੀ ਆ, ਜੈਂਤੀਪੁਰੀਏ ਜੋ ਵੀ ਹੈ, ਜਿਨ੍ਹਾਂ ਦੇ ਠੇਕੇ ਆ, ਸਾਰੇ ਹੀ ਪੁਲਿਸ ਇਹ ਸਾਰੀ ਜ਼ਿੰਮੇਵਾਰ ਹੋਊਗੀ। ਤੁਹਾਡੇ ਸਾਹਮਣੇ ਅੱਜ ਮੈਂ ਆਪਣਾ ਇਹ ਮੇਰਾ ਮੈਂ ਰਿਟਨ ਵੀ ਦਿੱਤਾ, ਜੇ ਹੋ ਗਿਆ ਤੁਸੀਂ ਅਸੀਂ ਸਾਡੇ ਜਦੋਂ ਜਿੱਕ ਦਾ ਨਾ ਰਿਹਾ ਤੁਸੀਂ ਆਵਾਜ਼ ਜ਼ਰੂਰ ਉਠਾਇਓ ਇਸ ਚੀਜ਼ ਦੀ। ਤੇ ਇੱਕ ਬੜਾ ਵਧੀਆ ਲਾਅ ਆ, ਤੁਹਾਡੇ ਘਰੇ ਵੀ ਕੋਈ ਟ੍ਰੈਸਪਾਸ ਨਹੀਂ ਕਰ ਸਕਦਾ। ਇਹ ਵੈਨਿਊ ਸੀਗਾ, ਅਸੀਂ ਉਹਦਾ ਰੈਂਟ ਕੀਤਾ ਸੀਗਾ, ਸਾਡਾ ਫੰਕਸ਼ਨ ਚੱਲ ਰਿਹਾ ਸੀਗਾ, ਸਾਡੀ ਪਰਮਿਸ਼ਨ ਤੋਂ ਬਗੈਰ ਜੇ ਕੋਈ ਵੀ ਬੰਦਾ ਆਉਂਦਾ ਵਾ, ਵੀ ਹੈਵ ਦ ਰਾਈਟ ਟੂ ਫਰਸਟ ਸਕੇਅਰ them off, ਕਿ ਉਹਨਾਂ ਨੂੰ ਡਰਾਇਆ ਜਾਵੇ, ਉਹਨਾਂ ਨੂੰ ਕਿਹਾ ਜਾਵੇ ਵੀ ਵਾਪਸ ਚੱਲ ਜਾਓ, ਅਦਰਵਾਈਜ਼ ਵੀ ਕੈਨ ਸ਼ੂਟ them ਐਂਡ ਸਾਨੂੰ ਕੋਈ ਅਰੈਸਟ ਨਹੀਂ ਹੋਊਗੀ ਸਾਡੀ। ਨੋ ਕੁਐਸਚਨ ਆਸਕ, ਨੋ ਕੁਐਸਚਨ ਆਸਕਡ। ਬਸ ਉਹ ਇੱਕ ਚੀਜ਼ ਪੁੱਛਣੀ, ਸਾਡੇ ਕੋਲ ਤੁਸੀਂ ਸਾਰੇ ਸੇਫ ਜੇ? ਪ੍ਰੂਫਸ ਆ, ਸਾਡੇ ਉੱਤੇ ਹਮਲਾ ਹੋਇਆ, 70-80 ਬੰਦੇ ਆਏ ਆ, ਸਾਡਾ ਇਹਦੇ ਨਾਲ, and the people we don't even know, we don't have anything to do with it. ਐਂਡ ਪੁਲਿਸ ਕਹਿਣ ਦੀ ਵੀ ਉਹਨਾਂ ਅਸੀਂ ਦੀ ਇੱਕ economy- ਅਗਰੈਸਿਵਨੈਸ ਨਹੀਂ ਸੀ ਹੈਗੀ। ਅਸੀਂ ਇੱਕ ਇਕਨੋਮੀ ਲੈ ਕੇ ਆ ਰਹੇ ਹਾਂ, ਲਾਈਕ ਪੈਸਾ ਆ ਰਿਹਾ ਨਾ ਯੂਐਸ ਤੋਂ, ਕੈਨੇਡਾ ਤੋਂ, ਅਮਰੀਕਾ ਤੋਂ, ਇਹ ਬੇਸਿਕਲੀ ਪੰਜਾਬ, ਇੱਥੇ ਪੰਜਾਬ 'ਚ ਕੀ ਰੈਵਨਿਊ ਹੈ ਜੀ? ਪੈਸਾ ਆ ਰਿਹਾ ਬਾਹਰੋਂ ਆ ਰਿਹਾ, ਇੱਥੇ ਅਸੀਂ ਆ ਕੇ ਪੈਸੇ ਖਰਚ ਰਹੇ ਹਾਂ। ਅੱਛਾ ਵਾਈਟ ਆ ਇੱਕ, ਅਸੀਂ ਵਿਆਹ ਵਾਈਟ, ਚਲੋ ਕਿ ਬਲੈਕ 'ਚ ਆਈਟੀਸੀ ਵਿਆਹ ਕੀਤਾ, ਵਾਈਟ 'ਚ ਪੈਸੇ ਟ੍ਰਾਂਸਫਰ ਕੀਤੇ, ਹੋਟਲ ਲਿੱਤਾ, 6-7 ਦਿਨਾਂ ਲਈ ਹੋਟਲ ਬੁੱਕ ਕਰਾਇਆ, ਵਾਈਟ 'ਚ ਪੈਸੇ ਟ੍ਰਾਂਸਫਰ ਕੀਤੇ। ਅਸੀਂ ਤੇ ਵੇਖੋ 2 ਨੰਬਰ 'ਚ ਲੋਕ ਚਲੋ ਘੁੱਟ ਜਾਣਗੇ, ਇਹਦਾ ਤੇ ਦੇਣਾ ਹੀ ਪੈਣਾ ਨਾ। ਸ਼ਰਾਬ ਲਈ ਆਪਾਂ ਵਾਈਟ, ਅਸੀਂ ਦੱਸੋ ਸ਼ਰਾਬ ਵਾਈਟ ਦੇ ਵਿੱਚ ਲੈ ਕੇ ਆਪਾਂ ਕੀ ਕਸੂਰ ਕੀਤਾ, ਮੈਨੂੰ ਦੱਸੋ। ਆਪਾਂ ਤੇ ਬਿੱਲ ਲਏ ਆ ਗਵਰਨਮੈਂਟ। ਮੇਰੇ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਹੈ ਜੀ, ਜਿਹੜੇ ਵੀ ਮੰਤਰੀ ਵੀ ਹੈ ਜਾਂ ਮੁੱਖ ਮੰਤਰੀ ਸਾਹਿਬ, ਆਪਣੇ ਦਿੱਲੀ ਵਾਲੇ ਜਿਹੜੇ ਇਹਨਾਂ ਦੇ ਹੈਗੇ ਸਾਰੇ ਜੀ, ਜਿਹੜੇ ਬਹੁਤ ਕਹਿੰਦੇ ਵੀ ਆਪਾਂ ਕੇਜਰੀਵਾਲ ਸਾਹਿਬ, ਮੇਰੇ ਉਹਨਾਂ ਸਾਹਮਣੇ ਇਹ ਦੱਸ ਵੀ ਸਾਨੂੰ ਇੱਕ ਬਸ ਇਹ ਚੀਜ਼ ਦੱਸ ਦਿਓ, ਸਾਰਿਆਂ ਨੂੰ ਦੱਸ ਦਿਓ ਵੀ ਜੇ ਲਾਅ ਆ ਵੀ ਆਪਾਂ ਬਾਹਰੋਂ ਸ਼ਰਾਬ ਲਿਆ ਕੇ ਨਹੀਂ ਪਿਆ ਸਕਦੇ ਕਿਤੇ, ਵੀ ਉਹ ਸੰਬੰਧਤ ਠੇਕੇ ਹੀ ਉੱਥੋਂ ਦੀ ਲੈਣੀ ਆ। ਕਲੀ ਕਿੰਨੇ ਕੁ ਦੀ ਆਉਂਦੀ, 10-20 ਰੁਪਏ ਦੀ ਕਲੀ ਆਉਣੀ, ਹਰ ਠੀਕ ਹੈ, ਪੈਲਸ ਦੇ ਬਾਹਰ ਲਿਖਾਓ। ਇਹ ਕੁਐਸਚਨ ਜ਼ਰੂਰ ਪੁੱਟ ਕਰਿਓ ਜੀ, ਜਿਹੜੇ ਤੁਹਾਡੇ ਸ਼ਰਾਬ ਦੇ ਕੀ ਉਹਨਾਂ ਨੂੰ ਆਉਂਦੇ, ਕਿਹੜਾ ਮਹਿਕਮਾ ਆ, ਅਕਸਾਈ ਨੂੰ, ਇਹ ਜ਼ਰੂਰ ਕਰਿਓ, ਉਹਦੇ ਉੱਤੇ ਲਿਖਾਓ ਵੀ ਐਸ ਜਿਹੜਾ ਪੈਲਸ ਆ ਉਹਦੀ ਸ਼ਰਾਬ ਇਹਨਾਂ ਠੇਕਿਆਂ ਤੋਂ ਹੀ ਲਈ ਜਾ ਸਕਦੀ, ਬਾਹਰਲੀ ਸ਼ਰਾਬ ਜਿਹੜੀ ਆ ਉਹ ਇੱਥੇ ਗੈਰ ਕਾਨੂੰਨੀ ਆ। ਠੀਕ ਹੈ ਕਿਉਂਕਿ ਜੇ ਆਪਾਂ ਟੈਕਸ ਦਿੱਤਾ ਵਾ ਪੰਜਾਬ 'ਚ, ਗਵਰਨਮੈਂਟ ਨੂੰ ਜਾਣਦਾ ਕਿਦੋਂ ਸ਼ਰਾਬ ਪਾਓ, ਮਾਲਕ ਥੋੜਾ ਉਸ ਚੀਜ਼ ਦੇ ਵੀ ਉਹ ਹੱਲ ਕਰਦੇ। ਸਟੇਟ ਤੋਂ ਕਿਤੇ ਲੈ ਕੇ ਨਹੀਂ ਅੰਮ੍ਰਿਤਸਰ ਤੋਂ ਲਈ ਹੈ ਜੀ, ਸਿਟੀ ਆਫ ਅੰਮ੍ਰਿਤਸਰ ਤੋਂ। ਪੰਜਾਬ ਦੀ ਸ਼ਰਾਬ ਹੈ। ਪੰਜਾਬ ਦੀ ਦੱਸੋ ਨਾ ਸਰ ਆਪਾਂ ਤੇ ਗੱਲ ਹੀ, ਜੇ ਵੀਡੀਓਜ਼ ਨਾ ਹੁੰਦੀਆਂ ਤੇ ਅਸੀਂ ਉਦੋਂ ਹੀ ਆਪਣੀਆਂ ਟਿਕਟਾਂ ਕਰਾਉਣੀਆਂ ਹੈਗੀਆਂ, ਮਹਿੰਗੀਆਂ ਸਸਤੀਆਂ, ਬੰਗਲੌਰ ਤੋਂ ਹੁੰਦੀਆਂ, ਬੰਬੇ ਤੋਂ ਹੁੰਦੀਆਂ, ਕਹਿੰਦੇ ਵੀ ਚੱਲੀਏ। ਸਾਨੂੰ ਤੇ ਇੱਕ ਸੀਗਾ ਕਿ ਇੱਕ ਭਗਵੰਤ ਮਾਨ ਦੀ ਸਰਕਾਰ ਆਈ ਹੈ, ਸਾਨੂੰ ਇਨਸਾਫ ਮਿਲੂ। ਠੀਕ ਹੈ ਨਾ, ਸ਼ਾਇਦ ਇਨਸਾਫ ਮਿਲੇ। ਜਿਹੜਾ ਸਾਡੇ ਕੋਲ ਪ੍ਰੂਫਸ ਹੈਗੇ, ਆਪਾਂ ਵਿਦ ਪ੍ਰੂਫ ਗੱਲ ਕਰ ਰਹੇ ਹਾਂ, ਆਪਾਂ ਵਿਦਆਊਟ ਪ੍ਰੂਫ ਨਹੀਂ ਆਪਾਂ ਸਾਡੇ ਉਹਨਾਂ 'ਚ ਗ੍ਰੈਜੂਏਟਨੈਸ ਨਹੀਂ ਸੀ ਹੈਗੀ। ਹਾਂ, ਉਹਨਾਂ ਦੇ ਐਗਰੈਸਿਵਨੈਸ ਨਹੀਂ ਹੈਗੀ, ਉਹ ਕਮਿਸ਼ਨਰ ਸਾਹਿਬ ਨੂੰ ਉਹਨਾਂ 'ਚ ਐਗਰੈਸਿਵਨੈਸ ਨਹੀਂ ਲੱਗੀ, ਦੈਟਸ ਵਾਈ। ਹਾਂ 6 ਬੰਦੇ ਅਰੈਸਟ ਕੀਤੇ ਆ, ਜਿਹੜੇ ਦੂਜੇ ਜਿਨ੍ਹਾਂ ਦੇ ਜਿਹੜਾ ਕਾਲੂ ਜੈਂਟੀਪੁਰ ਐਂਡ ਅਦਰ, ਉਹਨਾਂ ਦੀਆਂ ਫੋਨਸ ਦੀਆਂ ਲੋਕੇਸ਼ਨ ਕਿਉਂ ਨਹੀਂ ਟੈਪ ਹੋਈਆਂ ਅਜੇ ਤਾਈਂ? ਉਹ ਦੇ ਜਿਹੜਾ ਨਹੀਂ ਜਿਹੜਾ ਬੰਦੇ ਨੇ ਤੁਹਾਡੇ ਵੀਡੀਓ 'ਚ ਨਾਂ ਲਏ ਉਹ ਕਿਉਂ ਨਹੀਂ ਅਰੈਸਟ ਹੋਏ? ਕੀ ਕੀਤਾ? ਕੁਝ ਨਹੀਂ ਹੋਇਆ। ਜਿਹੜੇ 6 ਬੰਦੇ ਤੁਸੀਂ ਐਪਲੀਕੇਸ਼ਨ ਮੰਗਾਓ, ਉਹਨਾਂ ਦੇ ਨਾਂ ਪਾਏ ਉਹਨਾਂ, ਕਾਨੂੰਨੀ ਕਾਰਵਾਈ ਕੀਤੀ ਜਾਏ। ਠੀਕ ਹੈ ਜੀ। ਭਗਵੰਤ ਮਾਨ ਜੀ, ਤੁਸੀਂ ਹਜੇ ਵੀ ਤੁਹਾਡੇ 'ਚ ਕੋਈ ਹੈਗਾ ਨਾ, ਕੱਲਾ ਫੋਨ ਕਰਕੇ ਤੇ ਇਹ ਨਾ ਕਹੋ ਵੀ ਸਾਡੀ ਇਹੋ ਹੀ ਆ, ਤੇ ਬਾਕੀ ਤਾਂ ਰੱਬ ਰਾਖਾ ਜੀ ਇਹਦਾ। ਉਹ ਨਾ ਜੀ ਆਹੋ ਨਾ, ਇਹਨਾਂ ਨੂੰ ਮੂੰਹ ਨਾ ਲਾਓ, ਇੱਥੇ ਉੱਥੇ ਇਹਨਾਂ ਨੂੰ ਮੂੰਹ ਨਾ ਲਾਓ। ਡਾਕਟਰ ਨੀਚਰ ਸਾਹਿਬ ਹੁਣ ਕਹਿ ਰਹੇ ਨੇ ਕਿ ਤੁਹਾਨੂੰ ਆ ਕੇ ਮਿਲਣਗੇ, ਫੋਨ ਤੇ ਗੱਲਬਾਤ ਹੋਈ, ਕੋਈ ਆਰੋਪੀ ਬਖਸ਼ਿਆ ਨਹੀਂ ਜਾਏਗਾ। ਇਹ ਰੀਸੈਂਟਲੀ ਸਟੇਟਮੈਂਟ ਉਹਨਾਂ ਨੇ ਜਾਰੀ ਕੀਤੀ। ਇਹਨਾਂ ਬੜੀਆਂ ਕਰਨੀਆਂ ਜੀ, ਇਹ ਤੁਹਾਡੇ ਫੋਨ ਇਹਦਾ ਜੋਕ ਕੀ ਐਸਐਚਓ ਕਹਿ ਰਿਹਾ ਵੀ ਤੁਸੀਂ ਆਪਣਾ ਸਮਝੌਤਾ ਕਰ ਲਓ। ਸਾਨੂੰ ਕਮਿਸ਼ਨਰ ਸਾਹਿਬ ਸਾਨੂੰ ਆਣ ਕੇ ਜਲੀਲ ਕਰ ਰਿਹਾ ਵੀ ਸਾਡੀ ਐਜੂਕੇਸ਼ਨ ਇਜ਼ every person on this planet is educated। ਵੇਖੋ ਜੀ, ਜਿੱਦਾਂ ਪੁਲਿਸ ਨਹੀਂ ਹੈ who ਨਾ, have the right to ask us about our education? Is he going to give me a job? Is he going to give him a job? Nobody is going to give us a job, man. Nobody deserves the right to ask about our education ki kinna padhiya main ਜਾਂ ਕਿੰਨਾ ਉਹ ਪੜਿਆ। I don't want to say anything। Yeah, exactly। ਵੇਖੋ ਜੀ, ਤੁਹਾਨੂੰ ਆ ਆਇਆ ਨਾ ਜੀ, ਜੋ ਇਹਨਾਂ ਦਾ ਪੁਲਿਸ ਦਾ ਰਟਾ ਆਇਆ ਨਾ ਜੀ,
ਵੀ ਇਹ ਸਾਰਾ ਬੰਦੀ ਕਾਰਵਾਈ ਉਹ ਇਹਨਾਂ ਦੀ ਸਰਕਾਰ ਦੀ ਬੰਦੀ ਕਾਰਵਾਈ ਕੀਤੀ ਜਾਊਗੀ। ਮਨਸ਼ਾ ਕੀ ਲੱਗ ਰਹੀ ਹੈ ਕਿ ਕੁਛ ਨਹੀਂ ਮਨਸ਼ਾ ਦਿਖ ਨਹੀਂ ਤੁਹਾਡੇ ਮਨਸ਼ਾ ਜੀ ਪੈਸੇ ਚੜੇ ਆ, ਪਾਵਰਫੁਲ ਲੋਕ ਆ, ਪਾਵਰਫੁਲ ਲੋਕ ਹਾਂ, ਜਿਹੜੇ ਮਾੜੇ ਚੰਗੇ ਕੰਮ ਕਰਾਉਣੇ ਉਹ ਵੀ ਉਹਨਾਂ ਕੋਲ ਕਰਾਉਣੇ ਆ, ਚੰਗੇ ਵੀ ਉਹਨਾਂ ਕੋਲ ਕਰਾਉਣੇ ਆ। ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ ਪਹਿਲੇ ਇਸਕੋ ਵਾਕਈ ਕੀਤੀ ਜੀ ਪਹਿਲੇ ਦਿਨ ਐਸਐਚਓ ਨੇ ਕੀਤੀ ਤਾਂ ਮੈਂ ਕਿਹਾ ਜੀ ਅਸੀਂ ਤੇ ਆਪ ਵੇਖੋ ਵਿਕਟਮ ਅਸੀਂ ਕੋ ਪੈਸੇ ਦਈਏ। ਐਸ ਸਾਹਿਬ ਨੇ ਉਹਨਾਂ ਉਹ ਉਸ ਵੇਲੇ ਕਹਿੰਦੇ ਜੀ ਸਾਡੀ ਡੀਜੀਪੀ ਸਾਹਿਬ ਦੀ ਮੀਟਿੰਗ ਹੋ ਗਈ ਆਪਾਂ ਚੱਲੇ ਆ। ਉਸ ਤੋਂ ਬਾਅਦ ਉਹ ਨਹੀਂ ਆਏ ਜੀ ਉੱਥੇ। ਐਡਾ ਵੱਡਾ ਇਨਸੀਡੈਂਟ ਹੋ ਗਿਆ, ਐਸਐਚਓ ਉੱਥੇ 5 ਤੋਂ 7 ਮਿੰਟ ਰਿਹਾ ਜੀ, ਜਿਹੜਾ ਕਿ ਉਹਦਾ ਫਰਜ਼ ਬਣਦਾ ਸੀ। ਗੋਲੀਆਂ ਚੱਲੀਆਂ ਬਾਹਰ ਸਾਰਾ ਕੁਝ, ਉਹ 5 ਮਿੰਟ ਰਿਹਾ। ਸਰ ਇੱਕ ਲਾਸਟ ਕੁਐਸਚਨ, ਤੁਹਾਨੂੰ ਨਹੀਂ ਲੱਗਦਾ ਕਿਉਂਕਿ ਉਸ ਦਿਨ ਪੰਜਾਬ ਦੇ ਡੀਜੀਪੀ ਵੀ ਸ਼ਹਿਰ ਦੇ ਵਿੱਚ ਸੀ ਤਾਂ ਕਿਤੇ ਨਾ ਕਿਤੇ ਪੁਲਿਸ ਆਪਣੀ ਸਕਿਨ ਸੇਵ ਕਰਨ ਵਾਸਤੇ ਇਸ ਮਾਮਲੇ ਨੂੰ ਹੋਰ ਤਰੀਕੇ ਬਿਲਕੁਲ ਨਾਲ ਪੇਸ਼ ਕਰ ਨਹੀਂ ਸਕਿਨ ਜੀ ਪੈਸਾ ਚੜਿਆ, ਸਕਿਨ ਕਿੱਥੋਂ ਸਕਿਨ ਜੇ ਅਸੀਂ ਚਾੜ ਦਈਏ ਅਸੀਂ ਸਾਰਾ ਕੁਝ ਹੋ ਜਾਣਾ। ਸਵੇਰੇ ਕਰਾ ਲੈਂਦੇ ਪਰ ਚਾੜਨਾ ਨਹੀਂ, ਕਾਨੂੰਨੀ ਲੜਾਈ ਲੜਨੀ। ਤੁਹਾਡੇ ਰਿਲੇਟਿਵ ਵੱਲੋਂ ਫਾਇਰਿੰਗ ਕੀਤੀ ਗਈ ਸੀ ਕੋਈ ਕਿਉਂ ਤੇ ਭਾਜੀ ਉੱਥੇ ਭਾਜੀ ਉੱਥੇ ਕੋਈ ਕੀ system ਹੋਇਆ ਕੀ ਆ ਵਾ? ਕੀ ਸਿਸਟਮ ਹੋਇਆ ਤੁਸੀਂ ਤੁਸੀਂ ਮੇਰੀ ਗੱਲ ਸੁਣੋ ਜਦੋਂ 307 ਦਾ ਓਕੇ ਮੈਂ ਤਾਂ ਇਹ ਗੱਲ ਦੱਸੂੰ ਜੇ ਉਹਨਾਂ ਨੂੰ ਐਗਰੈਸ਼ਨ ਨਜ਼ਰ ਨਹੀਂ ਆਇਆ ਉਹਨਾਂ ਦਾ ਤੇ ਤੁਹਾਡਾ ਬੰਦਾ ਫਾਇਰਿੰਗ ਕਰਦਾ ਨਜ਼ਰ ਆ ਗਿਆ। ਨਹੀਂ ਹਾਂ ਉਹ ਉਹਨਾਂ ਨੇ ਐਲਐਲਪੀ ਕੀਤੀ ਹੈ ਨਾ ਜੀ, ਉਹ ਪੜ੍ਹੇ ਬਹੁਤ ਜ਼ਿਆਦਾ ਵਾ, ਉਹਨਾਂ ਨੂੰ ਸਾਰਾ ਪਤਾ ਵਾ। ਉਹ ਮਤਲਬ ਕਮਿਸ਼ਨਰ ਸਾਹਿਬ ਨੂੰ ਉਹਨਾਂ ਕੈਂਸਲ ਕਰਨੀ ਸੀ ਇਹਨਾਂ ਦੇ ਛੋਟੇ ਦੀ, ਉਹ ਆਪਾਂ ਕੈਂਸਲ ਕਰਤੀ। ਉਹ ਜਿਹਨੇ ਕਿਹਾ ਨਾ ਕਿ ਲੈਟਸ ਗੋ ਬੈਕ ਟੂ ਸਿਵਲਾਈਜੇਸ਼ਨ, ਉਹਨੂੰ ਆਪਾਂ ਨੂੰ ਉਹਦੀ ਗੱਲ ਕਰ ਰਹੇ। ਉਹਨੂੰ ਮਨਾਉਣ ਵਾਸਤੇ ਉਹਨੂੰ 15 ਸਾਲ ਲੱਗ ਗਏ। ਲੈਟਸ